ਸਾਡੇ ਨਾਲ ਅੱਜ ਬਹੁਤ ਗੈਸਟ ਇੰਪੋਰਟੈਂਟ ਬੈਠੇ ਨੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਮੈਂ ਨਿਰਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਕਰਦਾ ਲੇਟ ਸ਼ੋ। ਬੜਾ ਇੰਪੋਰਟੈਂਟ ਹਮੇਸ਼ਾ ਕਰਨ ਅੰਦਰ ਬੜੇ ਐਗਜ਼ੈਕਟਿਵ ਅਸੀਂ ਗੈਸਟ ਲੈ ਕੇ ਆਉਂਦੇ ਇੰਟੈਲੈਕਚੁਅਲ ਗੈਸਟ। ਅੱਜ ਵੀ ਬੜਾ ਮੁੱਦਾ ਬੜਾ ਅੱਛਾ ਹੈਗਾ, ਅਸੀਂ ਕਲਾਈਮੇਟ ਚੇਂਜ ਤੇ ਗੱਲ ਕਰਾਂਗੇ। ਉਦੋਂ ਪਹਿਲਾਂ ਸਭ ਤੋਂ ਪਹਿਲਾਂ ਨਾ ਆਈ ਹੈਵ ਓਬਲੀਗੇਸ਼ਨ ਕਿ ਮੈਂ ਸਾਡਾ ਖਾਸ ਬੰਦਾ ਜੋ ਅਕਾਲ ਚੈਨਲ ਨਾਲ ਬੜੇ ਜੁੜੇ ਨੇ ਉਹਨਾਂ ਦੀ ਮੈਂ ਜ਼ਰਾ ਤਾਰੀਫ ਕਰਨਾ ਚਾਹੁੰਦਾ, ਕਿਉਂਕਿ ਹਰ ਸਾਲ ਅਕਾਲ ਚੈਨਲ ਨੂੰ ਹਮੇਸ਼ਾ ਗਿਫਟ ਭੇਜਦੇ ਨੇ ਕਿ ਉਹਨਾਂ ਨੇ ਬੜਾ ਵੱਡਾ ਮਿਠਾਈ ਦਾ ਤੇ ਥੋੜਾ ਉਹਨਾਂ ਨੇ ਦਾਨ ਵਗੈਰਾ ਕੀਤਾ। ਐਂਡ ਰੀਅਲੀ ਵਾਂਟ ਟੂ ਥੈਂਕ ਯੂ ਫॉर ਮਾਈ ਬੋਟਮ ਮਾਈ ਹਾਰਟ। ਮੈਂ ਉਹਨਾਂ ਦਾ ਨਾਮ ਦੱਸਣਾ ਕੌਣ ਹੈਗੇ ਨੇ। ਇਜ਼ ਦੀ ਹਾਕੀ ਲੈਜੈਂਡ ਸਰਦਾਰ ਮਲਕੀਤ ਸਿੰਘ ਸੌਂਡ, ਉਹਨਾਂ ਦਾ ਨਾਮ ਕੀਤਾ। ਤੁਸੀਂ ਦੇਖਦੇ ਹੋ ਬੜੀ ਵੱਡੀ ਪਰਸਨੈਲਿਟੀ, ਬੜਾ ਸਿੱਖਾਦਾਨਾਂ ਨੇ ਨਾਮ ਕਮਾਇਆ। ਐਂਡ ਆਮ ਸੋ ਪ੍ਰਾਊਡ ਸੋ ਆਨਰਡ ਕਿ ਸਾਡੇ ਐਡੇ ਵੱਡੇ ਲੈਜੈਂਡ ਬਣੇ ਸੀ ਹਾਕੀ ਦੇ ਵਿੱਚ। ਮੈਂ ਉਹਨਾਂ ਨੂੰ ਇਸ ਤਰ੍ਹਾਂ ਹੀ ਮਿਲਿਆ ਸੀ ਜਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਚਲੋ ਮੈਨੂੰ ਸੜਕ 'ਤੇ ਮਿਲਿਆ ਸੀਗਾ, ਲੇਕਿਨ ਹੁਣ ਕੁਝ ਦੋਸਤੀ ਇੱਦਾਂ ਹੋ ਗਈ ਕਿ ਰਿਸ਼ਤੇਦਾਰੀ ਨਾਲੋਂ ਜਾਸਤੀ ਹੋ ਗਈ ਹੈ। ਅਤੇ ਉਹਨਾਂ ਦੀ ਮੈਂ ਸ਼ਾਨ ਦੇ ਵਿੱਚ ਇੱਕ ਥੋੜ੍ਹੇ ਜਿਹੇ ਲਫ਼ਜ਼ ਕਹਿਣਾ ਚਾਹੁੰਦਾ ਅਤੇ ਪਲੀਜ਼ ਮੈਂ ਉਮੀਦ ਰੱਖਦਾ ਤੁਸੀਂ ਲਾइक ਕਰੋਗੇ। रिश्तों से बड़ी चाहत क्या होगी, रिश्तों से बड़ी चाहत क्या होगी, दोस्ती से बड़ी इबादत क्या होगी, जिसे दोस्त मिल जाए तुम जैसा ज़िंदगी से पर शिकायत क्या होगी। बहुत अच्छा लगे ऑनेस्टली, वेरी नाइस कि थोड़े वर्गे दोस्त मिले। एंड कई दफ़ा दोस्त भी ਇੱਦਾਂ ਦਾ ਕੰਮ ਕਰ ਜਾਂਦੇ ਉਹ ਦਿਲ ਨੂੰ ਟੱਚ ਕਰ ਜਾਂਦਾ, ਰਿਸ਼ਤੇਦਾਰਾਂ ਨਾਲੋਂ ਕਲੋਜ਼ ਹੋ ਜਾਂਦੇ। ਹਮੇਸ਼ਾ ਪ੍ਰੇ ਕਰਾਂਗੇ, ਉਮੀਦ ਕਰਦੇ ਤੁਹਾਨੂੰ ਰੱਬੀ ਤੰਦਰੁਸਤੀ ਰੱਖੇ, ਲੰਬੀ ਉਮਰ ਦੇਵੇ, ਇਸੇ ਤਰ੍ਹਾਂ ਤੁਸੀਂ ਸਾਨੂੰ ਸਪੋਰਟ ਕਰਦੇ ਰਹੋ। ਚਲੋ ਸ਼ੋਗੇ ਲੈ ਕੇ ਜਾਂਦੇ ਹਾਂ। ਸਾਡੇ ਨਾਲ ਅੱਜ ਬਹੁਤ ਗੈਸਟ ਇੰਪੋਰਟੈਂਟ ਬੈਠੇ ਨੇ ਸਰਦਾਰ ਰਣਜੀਤ ਸਿੰਘ ਬਖਸ਼ੀ, ਜੋ ਅਸੀਂ ਕਲਾਈਮੇਟ ਚੇਂਜ ਬਾਰੇ ਗੱਲ ਕਰਾਂਗੇ। ਅਸੀਂ ਪਹਿਲਾਂ ਉਹਨਾਂ ਦਾ ਥੋੜ੍ਹਾ ਬਹੁਤ ਇੰਟਰੋਡਕਸ਼ਨ ਦੱਸਦਾ। ਹੀ ਇਜ਼ ਅ ਕੋ ਚੇਅਰਮੈਨ ਆਫ ਕੰਜ਼ਰਵੇਟਿਵ ਫਰੈਂਡਸ ਆਫ ਇੰਡੀਆ, board director Olympic Park Legacy Company, board director Think London government funded agri company, board director Gateway to London Limited Private Limited, also independent governor University of East London। ਬੜੀ ਵੱਡੀ ਲਿਸਟ ਹੈਗੀ, ਜੇ ਮੈਂ ਸਾਰਾ ਪੜ੍ਹਨ ਲੱਗਿਆ ਤੇ ਬੜਾ ਟਾਈਮ ਨਿਕਲ ਜਾਏਗਾ, ਤੇ ਮੈਂ ਸਿੱਧਾ ਉਹਨਾਂ ਨੂੰ ਸਵਾਗਤ ਕਰਕੇ ਉਹਨਾਂ ਨਾਲ ਗੱਲਬਾਤ ਕਰਦੇ। ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਦੂਰੋਂ ਆਏ, ਪਹਿਲਾਂ ਤਾਂ ਉਹਨਾਂ ਦਾ ਸ਼ੁਕਰਾਨਾ ਕਰ ਗਿਆ ਕਿ ਇੰਨੀ ਦੂਰੋਂ ਆਣ ਕੇ ਟਾਈਮ ਕੱਢ ਕੇ ਸਾਡੇ ਨਾਲ ਪਹੁੰਚੇ। ਭਾਜੀ ਥੈਂਕ ਯੂ ਸੋ ਮਚ। ਹਾਂਜੀ ਬਹੁਤ ਸ਼ੁਕਰਾਨਾ ਤੁਹਾਡਾ। ਥੈਂਕ ਯੂ ਸੋ ਮਚ, ਪਲੇਜ਼ਰ ਟੂ ਬੀ ਵਿਦ ਯੂ, ਥੈਂਕ ਯੂ ਸੋ ਮਚ। ਭਾਜੀ ਪਹਿਲੀ ਗੱਲ ਤੇ ਨਾ ਮੈਂ ਤੁਹਾਨੂੰ ਦੱਸਤਾ ਦਿੱਤਾ, ਤੁਸੀਂ ਬਹੁਤ ਕੁਝ ਕੀਤਾ ਹੋਇਆ, ਮੈਂ ਬੜੀ ਸ਼ਾਰਟ 'ਚ ਦੱਸਿਆ। ਅਤੇ ਮੈਂ ਹਮੇਸ਼ਾ ਲਾਈਕ ਕਰ ਦਿੰਦਾ ਕਿ ਜਦੋਂ ਇਨਸਾਨ ਛੋਟਾ ਹੁੰਦਾ, ਸਕੂਲ ਪੜ੍ਹਦਾ, ਬੜਾ ਲੋਸਟ ਹੁੰਦਾ, ਬੜਾ ਕੁਛ ਕਰਨਾ ਹੁੰਦਾ ਜ਼ਿੰਦਗੀ 'ਚ ਕਿ ਮੈਂ ਇਹ ਕਰਨਾ ਉਹ ਕਰਨਾ। ਕਈ ਬੰਦੇ ਕਾਮਯਾਬ ਹੁੰਦੇ ਨੇ, ਕਈ ਰਸਤੇ 'ਚ ਰਹਿ ਜਾਂਦੇ ਨੇ। ਪਹਿਲਾਂ ਚਲੋ ਅਸੀਂ ਸਟਾਰਟ ਕਰੀਏ, ਤੁਹਾਡਾ ਜਨਮ ਕਿੱਥੇ ਦਾ ਹੋਇਆ ਭਾਜੀ, ਥੋੜ੍ਹਾ ਬਹੁਤਾ ਦੱਸੋ। ਵੀਰ ਜੀ, ਲਾਈਕ ਯੂ ਆਈ ਐਮ ਅ ਫੈਲੋ ਅਫਰੀਕਨ। ਆਈ ਐਮ ਬੋਰਨ ਇਨ ਟਾਂਜ਼ਾਨੀਆ। ਅਤੇ ਮੇਰਾ ਜਨਮ ਇਨ ਲਿਟਲ ਵਿਲੇਜ ਆਫ ਟਾਂਜ਼ਾਨੀਆ ਕੋਲ ਇਫਕਾਰਾ। ਓਕੇ। ਇਫਕਾਰਾ ਹੋਇਆ ਸੀ। ਜਿਹੜੇ ਟਾਂਜ਼ਾਨੀਅਨਸ ਦੇਖ ਰਹੇ ਹੋਣਗੇ ਪ੍ਰੋਗਰਾਮ, ਈਸਟ ਅਫਰੀਕਨਸ, ਉਹਨਾਂ ਨੂੰ ਪਤਾ ਹੋਏਗਾ ਕਿ ਲਿਟਲ ਬਿਟ ਅਬਾਊਟ 100 ਮਾਈਲਸ ਡਾਊਨ ਫਰੋਮ ਮੋਰੋਗੋਰੋ past Mikumi is a place called Ifakara. That is where I was born. It was a very, very remote area, no? It's a very big agriculture area for making sugar cane. गुड़ बड़ा बनता से होता है। तो I think Tanzania the biggest sugar factory होती है इसी। तो I studied there 8वीं क्लास तक मैं उत्थे पढ़िया। उसके बाद दार इस्लाम आगा खान बॉयज स्कूल ते पढ़िया, तो उत्थे 12वीं तक उत्थे पढ़िया। तो उसके बाद साडे पिताजी चाहते थे कि मेरे बच्चे इंग्लैंड से सारे आते थे, तो मेरे पिताजी का इच्छा सी कि मेरे बच्चे इंडिया पढ़न, ताकि इंडिया जाएंगे, कुछ सिक्खी नाल जुड़नगे, कुछ इंडियन वैल्यूज़ नाल जुड़नगे। तो असी फिर इंडिया पढ़े। मैं दिल्ली यूनिवर्सिटी फिर मैं BSc की, फिर मैं दिल्ली स्कूल ऑफ इकोनॉमिक्स टू मास्टर्स इन बिजनेस एडमिनिस्ट्रेशन MBA की। उसके बाद मैं इस कंट्री में आ गया। कितने साल तुसी आए थे? मैं 1974। अच्छा 74 ਦੇ ਵਿੱਚ। हाँ जी। ਐਂਡ ਉਦੋਂ ਤੁਸੀਂ ਕੋਈ ਐਜੂਕੇਸ਼ਨ ਇੰਡੀਆ ਕਰਕੇ ਆਏ ਸੀ ਕਿਤੇ? हाँ जी, BSc ਤੇ MBA करके आए थे। तो ਕੀ ਪਲਾਨ ਕੀਤਾ ਸੀ ਤੁਸੀਂ ਕੀ ਕਰਨਾ? एक्चुअली व्हेन आई वाज यंग इन अफ्रीका, मेरा तो बड़ा शौक से मैं पढ़ के फकारा दार इस्लाम टांजानिया वापस जावांगा। आई विल ट्राई टू सर्व द ईस्ट अफ्रीकन कम्युनिटी। पर नो फिर कुछ इस तरह सबब बन गए, मेरे फादर साहब की डेथ हो गई। सो फिर ब्रिटिश पासपोर्ट ब्रॉट अस टू UK, लाइक ऑल आवर ईस्ट अफ्रीकन कॉलीग्स हैव कम। फिर इत्थे लाइफ स्टार्ट की थी। इत्थे आई मीन इत्थे इस कंट्री की खूबी, सब तो वड्डी खूबी जी तुसी भी आई एम श्योर विल एग्री, इज द कंट्री ने सानू सारे नू प्लेटफॉर्म दिता है। किसी नू सौखा, किसी नू औखा
ਲੇਕਿਨ ਐਂਡ ਰਿਜ਼ਲਟ ਹਰੇਕ ਨੂੰ Opportunity ਸੀਗੀ, opportunity ਸੀਗੀ। ਚੈਨਲ ਹਰੇਕ ਨੂੰ ਚੈਨਲਾਈਜ਼ ਕੀਤਾ ਗਿਆ ਹੈ। ਹੁਣ ਉਸ ਚੈਨਲ ਤੇ ਕਿੰਨੇ ਕੁ ਤੁਸੀਂ ਅੱਗੇ ਜਾਂਦੇ ਹੋ ਉਹ ਤੇ ਗੁਰੂ ਸਾਹਿਬ ਦੇ ਹੱਥ ਮੈਂ ਵਿੱਚ ਉਹੀ ਹੈਗਾ। ਕਹਿ ਕੇ ਹਟਿਆ ਨਾ, ਦੇਖੋ ਪਤਾ ਬੰਦਾ ਬੜਾ ਫੁੱਲ ਆਫ ਐਂਬੀਸ਼ਨ ਹੁੰਦਾ ਯੰਗ ਏਜ ਦੇ ਵਿੱਚ, Quite right. ਬੜਾ ਕੁਝ ਕਰਨਾ ਚਾਹੁੰਦਾ ਉਸ ਟਾਈਮ ਦੇ ਉੱਪਰ। ਕਈ ਨਿਕਲ ਜਾਂਦੇ ਨੇ, ਸਕਸੈਸ ਹੋ ਜਾਂਦੇ ਨੇ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਇੱਕ ਬੋਟਲ ਹੁੰਦੀ ਹੈ, ਇਹ ਫਿਰ ਬੋਟਲ ਨੈਕ ਹੁੰਦੀ ਹੈ। ਉਹ ਬੋਟਲ ਨੈਕ 'ਚ ਤਾਂ ਕੋਈ ਚੰਦ ਲੋਕ ਨਿਕਲਦੇ ਨੇ ਬਾਹਰ, ਲਾਈਕ ਯੂਰਸੈਲਫ, ਤੁਸੀਂ ਇਵੈਂਚੁਅਲੀ ਸਕਸੈਸਫੁਲ ਬਣੇ ਹੋ। ਲੇਕਿਨ ਜਦੋਂ ਬੋਟਲ ਦੇ ਥੱਲੇ ਸਾਰੇ ਸਟਰਗਲ ਕਰਦੇ, ਉੱਪਰ ਆਉਣ ਨੂੰ ਨਹੀਂ ਪਤਾ ਹੁੰਦਾ ਕਿਹਨੇ ਆਉਣਾ। ਨਹੀਂ ਪਰ ਜੀ ਮੈਂ ਹਮੇਸ਼ਾ ਕਹਿੰਦਾ ਕਿ ਹਰ ਬੰਦਾ ਜਦੋਂ ਤੁਹਾਡੇ ਅੱਗੇ ਹੈਗਾ ਨਾ, ਡਜ਼ਨਟ ਮੈਟਰ ਉਹ ਕਿੰਨੀ ਕੁ ਦੂਰ ਮੰਜ਼ਿਲ ਤੇ ਚੜ੍ਹਿਆ, ਲੇਕਿਨ ਉਹਦੇ ਅੱਗੇ ਹੋਣ ਦੇ ਨਾਲ ਤੁਹਾਨੂੰ ਇਨਸੈਂਟਿਵਸ ਮਿਲਦਾ, ਤੁਹਾਨੂੰ ਪੋਜ਼ਿਟਿਵ ਵਾਈਬਸ ਮਿਲਦੇ ਨੇ ਕਿ ਬਈ ਚਲੋ ਮੈਂ ਵੀ ਇਹਦੇ ਵਰਗਾ ਕੋਸ਼ਿਸ਼ ਕਰਾਂ। ਬਿਲਕੁਲ। ਤੇ ਉਹ ਕੋਸ਼ਿਸ਼ ਵਿੱਚ ਕੋਈ ਕਿੱਥੇ ਸੱਜੇ ਚਲਾ ਜਾਂਦਾ, ਕੋਈ ਖੱਬੇ ਚਲਾ ਜਾਂਦਾ, ਕੋਈ ਉੱਪਰ ਚਲਾ ਜਾਂਦਾ, ਲੇਕਿਨ ਗਰੋਥ ਮੈਂ ਦੇਖੇ ਹਰ ਇੱਕ ਦੀ ਹੋਈ ਹੈ ਇਨ ਡਿਫਰੈਂਟ ਵੇਜ਼। ਆਈ ਮੀਨ ਜੋ ਤੁਸੀਂ ਨਾਲ ਲਿਆ ਇਹਨਾਂ ਸਾਰਿਆਂ ਦੇ ਪੋਜੀਸ਼ਨਸ ਮੈਂ ਹੋਲਡ ਕਰ ਚੁੱਕਾ ਸੀ, ਬਟ ਆਈ ਹੈਵ ਡਨ ਇਟ ਇਨ ਲਿਟਲ ਵੇਜ਼। ਤੇ ਬਟ ਆਈ ਆਲਵੇਜ਼ ਫੈਲਟ ਕਈ ਜਗ੍ਹਾ ਮੈਂ ਯੂਨੀਵਰਸਿਟੀ ਆਫ ਈਸਟ ਲੰਡਨ ਵਿੱਚ ਗਵਰਨਰ ਸੀਗਾ, 9 ਸਾਲ ਰਿਹਾ ਮੈਂ ਗਵਰਨਰ, ਤੇ ਇਟਸ ਅ ਗੁੱਡ ਯੂਨੀਵਰਸਿਟੀ ਇਨ ਈਸਟ ਲੰਡਨ। ਤੇ ਓਲੰਪਿਕਸ ਹੋਈ ਇੱਥੇ, ਆਈ ਵਾਜ਼ ਇਨ ਦਾ ਬੋਰਡ ਆਫ ਜਿਹੜੀ 2012 ਦੇ ਓਲੰਪਿਕਸ ਵਿੱਚ ਸੀਗੀ। ਸੋ ਆਲਵੇਜ਼ ਫੈਲਟ ਨਾਈਸ ਕਿ ਫਸਟ ਐਜ਼ ਐਨ ਇੰਡੀਅਨ, ਐਜ਼ ਅ ਸਿੱਖ, ਤੇ ਮੈਨੂੰ ਹਮੇਸ਼ਾ ਖੁਸ਼ੀ ਹੁੰਦੀ ਸੀ ਕਿ ਗੁਰੂ ਸਾਹਿਬ ਨੇ ਮੌਕਾ ਦਿੱਤਾ ਮੈਨੂੰ ਕਿ ਬਈ ਗੁਰੂ ਸਾਹਿਬ ਦਾ ਤਾਜ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਬਖਸ਼ਿਆ ਹੈ, ਉਹ ਤਾਜ ਨੂੰ ਮੈਂ ਅੱਗੇ ਲੈ ਕੇ ਗਿਆ ਜਿੱਥੇ ਵੀ ਜਾ ਸਕਿਆ। ਮੈਨੂੰ ਉਹਦੀ ਬੜੀ ਖੁਸ਼ੀ ਹੋਈ ਹੈ, ਮੋਰ ਦੈਨ ਐਨੀਥਿੰਗ। ਮੈਨੂੰ ਖੁਸ਼ੀ ਤੁਹਾਡੇ ਤੋਂ ਜ਼ਿਆਦਾ ਹੁੰਦੀ ਹੈ ਬਿਕੋਜ਼ ਮੇਰਾ ਸ਼ੋਅ ਇਸ ਤਰ੍ਹਾਂ ਦਾ ਬੇਸ ਹੁੰਦਾ ਹੈ, ਇੰਟੈਲੈਕਚੁਅਲ ਗੈਸਟ ਜਿਹਨੇ ਆਪਣੀ ਜ਼ਿੰਦਗੀ 'ਚ ਕੁਝ ਕਾਮਯਾਬੀ ਕੀਤੇ ਨਾ, ਤਾਂ ਕਿ ਤੁਹਾਡੀ ਸਕਸੈਸ ਸਾਰੀ ਦੁਨੀਆ ਨਾਲ ਸ਼ੇਅਰ ਕਰ ਸਕੇ ਅਸੀਂ। ਇਟਸ ਅ ਪ੍ਰਾਊਡ ਮੂਮੈਂਟ ਕਿ ਜਿੱਦਾਂ ਇਹ ਬੜੇ ਘੱਟ ਨੇ ਆਪਣੇ ਹਰ ਫੀਲਡ ਦੇ ਵਿੱਚ, ਕਈ ਨਿਕਲ ਗਏ ਥੋੜ੍ਹੇ ਅੱਗੇ ਆਏ ਨੇ, ਪਰ ਹਾਲੇ ਅਸੀਂ ਬੜੀ ਪਿੱਛੇ ਹਾਂ, ਬੜੀ ਦੂਰ ਜਾਣਾ, ਹਾਲੇ ਬੜਾ ਲੰਮਾ ਸਫ਼ਰ ਹੈ। ਔਰ ਮੈਂ ਇਹੀ ਚਾਹੁੰਦਾ, ਮੇਰਾ ਸ਼ੋਅ ਦਾ ਮਕਸਦ ਇਹੀ ਹੁੰਦਾ ਕਿ ਮੈਂ ਜਿਹੜੇ ਗੈਸਟ ਲੈ ਕੇ ਆਉਂਦਾ, ਜਿੱਦਾਂ ਰਣਜੀਤ ਸਿੰਘ ਨੇ ਕਿਹਾ ਕਿ ਜੈਲਸੀ ਕਰਨ ਨਾਲੋਂ ਕਿ ਬੰਦਾ ਇੱਕ ਉੱਪਰ ਉਹਦੀ ਲੱਤਾਂ ਖਿੱਚਣ ਨਾਲੋਂ ਉਹਨੂੰ ਇੰਸਪਾਇਰ ਕਰੋ, ਰੋਲ ਮਾਡਲ ਦੇਖ ਕੇ ਨਾ ਤੁਸੀਂ ਕਹੋ ਕਿ ਬਈ ਮੈਂ ਇਹਦੇ ਵਾਂਗੂ ਕਾਮਯਾਬ ਹੋਣਾ ਹੈ। ਨਹੀਂ, I mean, I feel every Sikh has a duty to try and support his fellow Sikh, his fellow Punjabi, his fellow Indian, ਕਿ ਬਈ ਇਹਨੂੰ ਮੈਂ ਅੱਗੇ ਲੈ ਜਾਵਾਂ। ਇਸ fellow Asian ਨਹੀਂ ਬਣਾ ਕੇ ਵਾਈਡਰ ਨੈਟਵਰਕ ਵੀ ਲੈ ਲਓ, ਕਿਉਂਕਿ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਾਂਗੇ, ਗਾਈਡ ਕਰਾਂਗੇ, ਇਨਸੈਂਟੀਵਾਈਜ਼ ਕਰਾਂਗੇ, ਸਮਝਾਵਾਂਗੇ, ਰਸਤਾ ਦੱਸਾਂਗੇ, ਲੇਕਿਨ ਸ਼ਰਤ ਇਹ ਹੈਗਾ ਕਿ ਜਿੱਥੇ ਅਸੀਂ ਆਪ ਜਿਸ ਕੁਰਸੀ 'ਤੇ ਬੈਠੇ ਹਾਂ, ਉਸ ਕੁਰਸੀ 'ਤੇ ਅਸੀਂ ਬੜੀ ਹਾਈ ਇੰਟੈਗਰਿਟੀ, ਹਾਈ ਕਮਿਟਮੈਂਟ, ਹਾਈ ਹਾਰਡਵਰਕ ਨਾਲ ਆਪਣੇ ਆਪ ਨੂੰ ਸ਼ੋਅ ਕਰੀਏ ਉੱਥੇ। ਓਨਲੀ ਦੈਨ ਵੀ ਓਪਨ ਦ ਡੋਰਸ ਫॉर ਦੀ ਅਦਰਸ। ਕਿਉਂਕਿ ਜਦੋਂ ਅਸੀਂ ਆਏ ਸੀ ਵੀਰ ਜੀ, ਸਾਡੇ ਤੋਂ ਪਹਿਲੇ ਜਿਹੜੇ ਬਜ਼ੁਰਗ ਆਏ ਸੀ, ਉਹਨਾਂ ਨੇ ਸਾਡੇ ਦਰਵਾਜ਼ਾ ਖੋਲ੍ਹਿਆ ਸੀ, ਅਸੀਂ ਹੁਣ ਅੱਗੇ ਆਪਣੇ ਬੱਚਿਆਂ ਦੇ ਗ੍ਰੈਂਡ ਚਿਲਡਰਨ ਲਈ ਖੋਲ੍ਹ ਰਹੇ ਹਾਂ। ਤਾਂ ਆਈ ਐਮ ਵੈਰੀ ਹੈਪੀ ਐਂਡ ਆਈ ਐਮ ਵੈਰੀ ਹੈਪੀ ਟੂ ਅਕਾਲ ਚੈਨਲ, ਕਿਉਂਕਿ Palvi ji like you and so many others in Akal channel, Kunal Saab, you are doing so much to bring connectivity across the whole of the world, across Europe, because I can only talk to 10 people, but through Akal channel today I am talking to thousands of people across the world, millions. Chalo, what I am saying is whoever is there, all those people, I am hoping I am able to incentivize them, I am able to give them the encouragement that the ceilings are broken, the future is unlimited. Absolutely. You can go as far as you want to go. The opportunity is there. ਮੈਂ ਥੋੜਾ ਜਿਹਾ ਰਣਜੀਤ ਸਿੰਘ ਦਾ ਹੋਰ ਮਸਾਲਾ ਨਹੀਂ ਲਾ ਦਿੰਦਾ, ਲੇਕਿਨ ਹਕੀਕਤ ਤੁਹਾਨੂੰ ਦੱਸਦਾ, ਅਸੀਂ ਲੰਡਨ ਸਟੂਡੀਓ 'ਚ ਬੈਠੇ ਹਾਂ, ਇੱਥੋਂ ਮਾਈਕ ਬੋਲਦੇ ਪਏ ਹਾਂ, 157 ਕੰਟਰੀਆਂ 'ਚ ਆਵਾਜ਼ ਜਾਰੀ, ਜਿੱਥੇ ਸਾਨੂੰ ਤੁਸੀਂ ਆਪਣੇ ਘਰ 'ਚ ਬੈਠੇ ਦੇਖਦੇ ਆ, ਸਟਾਰਟਿੰਗ ਫਰਮ ਨਿਊਜ਼ੀਲੈਂਡ, ਆਸਟ੍ਰੇਲੀਆ, ਯੂਰਪ, ਕੈਨੇਡਾ, USA ਦੇ ਵਿੱਚ, ਆਫ ਕੋਰਸ ਇੰਗਲੈਂਡ ਦੇ ਵਿੱਚ, ਘਰ ਦੇ ਵਿੱਚ ਬੜੇ ਲੋਕ ਜੁੜਦੇ ਨੇ। ਔਰ ਮੈਨੂੰ ਇੱਕ ਬੜੀ ਖੁਸ਼ੀ ਹੁੰਦੀ ਹੈ ਕਿ ਲੋਕ ਮੇਰੇ ਨਾਲ ਬਹੁਤ ਜੁੜਦੇ ਨੇ, ਬਿਕੋਜ਼ ਇਹ ਨਹੀਂ ਮੈਂ ਕਹਿੰਦਾ ਕਿ ਮੇਰੇ ਸ਼ੋਅ ਅੱਛੇ ਨੇ, ਮੇਰੀ ਕੋਸ਼ਿਸ਼ ਹੁੰਦੀ ਅੱਛੇ ਹੈ। ਮੇਰੇ ਅੱਛੇ ਤਾਂ ਬਣਦੇ ਆ ਜਿਹੜੇ ਆਪਣੇ ਸਲਾਹ ਸਕਸੈਸ ਹੋ ਕੇ ਬਿਜ਼ਨਸ ਵਿੱਚ, ਸਪੋਰਟਸ, ਪੋਲੀਟਿਕਸ, ਕਿਸੇ ਫੀਲਡ ਵਿੱਚ ਤੁਸੀਂ ਆਪਣੇ ਸਕਸੈਸ ਚੁਣਦੇ ਹੋ, ਉਹਨਾਂ ਦੀ ਸਕਸੈਸ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਸੋ ਦੈਟ ਈਵਨ ਜਿੱਥੇ ਵੀ ਤੁਸੀਂ ਬੈਠੇ ਪ੍ਰਾਊਡ ਫੀਲ ਕਰੋ ਕਿ ਵੀ ਸਾਡੇ ਸਰਦਾਰ ਇੰਗਲਿਸ਼ 'ਚ ਇਹ ਕਰਦਾ, ਉਹ ਕਰਦਾ। ਜਿਸ ਸਿੰਘ ਜੀ ਇਹਦੇ ਬਾਰੇ ਅਸੀਂ ਬਾਅਦ 'ਚ ਗੱਲ ਕਰਾਂਗੇ, ਰੀਸਾਈਕਲਿੰਗ ਆਫ ਅ ਫਿਊਚਰ। ਮੈਂ ਸਟਾਰਟ ਤੁਹਾਨੂੰ ਦੱਸਿਆ ਸੀ ਅਸੀਂ ਕਲਾਈਮੇਟ ਚੇਂਜ ਦੀ ਗੱਲ ਕਰ ਰਹੇ ਹਾਂ, ਭਾਜੀ ਪਹਿਲਾਂ ਤੁਸੀਂ ਬੜੇ ਕੁਐਸਚਨ ਮੈਂ ਤੁਹਾਨੂੰ ਪੁੱਛਣੇ ਨੇ, ਬੜਾ ਵੱਡਾ ਕੰਮ ਤੁਸੀਂ ਕਰ ਰਹੇ ਹੋ। ਸਾਰੇ ਲੋਕਾਂ ਨੂੰ ਪਤਾ ਹੈ ਕਿ ਕਲਾਈਮੇਟ ਖਰਾਬ ਹੋ ਰਹੀ ਹੈ, ਕਿਉਂ ਹੋ ਰਹੀ ਹੈ, ਮੇ ਵੀ ਸ਼ਾਇਦ ਬੜੇ ਲੋਕਾਂ ਨੂੰ ਨਹੀਂ ਪਤਾ ਉਹਦੀ ਨੌਲੇਜ, ਕਿਉਂਕਿ ਅਸੀਂ ਟਾਈਮ ਨਹੀਂ ਦਿੱਤਾ ਸੋਚਣ ਦਾ। ਤੁਸੀਂ ਇਹਦੇ 'ਚ ਕਿੱਦਾਂ ਆਏ? ਬੜਾ ਤੁਸੀਂ ਜ਼ਬਰਦਸਤ ਕੰਮ ਕਰ ਰਹੇ ਹੋ ਕਿ ਜੋ ਬੱਚਿਆਂ ਲਈ ਅਗਲਾ ਫਿਊਚਰ ਬਣਾ ਰਹੇ ਹੋ ਤੁਸੀਂ। ਜੀ ਮੈਂ 1978 ਵਿੱਚ
ਬਿਜ਼ਨਸ ਸਟਾਰਟ ਕੀਤਾ ਸੀ। ਤੋ ਕਈ ਬਿਜ਼ਨਸ ਕਰ ਰਹੇ ਸੀਗੇ, ਤੋ ਮੇਰਾ ਦਿਲ ਹੁੰਦਾ ਸੀ ਕਿ ਕੋਈ ਸੋਸ਼ੋ ਇੰਪੈਕਟ ਬਿਜ਼ਨਸ ਹੋਵੇ, ਜਿੱਦਾਂ ਸੋਸਾਇਟੀ ਦਾ ਵੀ ਬੈਨੀਫਿਟ ਹੋ ਸਕੇ, ਨਾਲੇ ਮੇਰਾ ਵੀ ਗੁਜ਼ਾਰਾਨ ਚੱਲ ਸਕੇ, ਨਾਲੇ ਮੈਂ ਕੁਝ ਸਰਵਿਸ ਵੀ ਕਰ ਸਕਾਂ। ਇਨ ਮੈਂ ਸਾਡੇ ਪਿਤਾ ਜੀ ਵਿਚਾਰੇ ਡੈਥ ਹੋ ਗਈ ਸੀ, ਉਹਨਾਂ ਨੇ ਕਿਹਾ ਸੀ ਕਿ ਬੇਟਾ ਕੰਮ ਉਹ ਕਰੋ ਜਿਹਦੇ ਨਾਲ ਤੁਸੀਂ ਇੱਕ ਨੂੰ ਆਪਣੇ ਆਪ ਨੂੰ ਨਹੀਂ, ਜਿੰਨੀ ਕਮਿਊਨਿਟੀ ਦੀ ਸੇਵਾ ਕਰ ਸਕਦੇ ਹੋ ਤਾਂ ਕਰੋ। ਤੋ ਮੈਨੂੰ ਫਿਰ ਸੋਧਦੇ ਰੀਸਾਈਕਲਿੰਗ এনवायरमेंट ਦਾ ਤਾਂ ਇੰਟਰਸਟ ਹੈ। 1980 ਵਿੱਚ ਤੇ এনवायरमेंट ਨੂੰ ਅਸੀਂ ਲੋਕ ਜ਼ਿਆਦਾ, ਮੈਂ ਕਿਸੇ ਨੂੰ ਗੱਲ ਕਰਦਾ ਸੀ ਮੈਂ এনवायरमेंट ਦਾ ਕੰਮ ਕਰ ਰਿਹਾ, ਉਹਨੇ ਕਿਹਾ ਅੱਛਾ ਤੁਸੀਂ ਕਬਾੜੀ ਹੋ, ਮੈਂ ਕਿਹਾ ਜੀ ਮੈਂ ਕਬਾੜੀ ਹੈਗਾ, ਕਿਉਂਕਿ ਉਸ ਵੇਲੇ ਕਬਾੜੀ ਨੂੰ ਕੋਈ ਬੜਾ ਕੋਈ ਨੀਚਾ ਜਿਹਾ ਗੰਦ ਵਰਡ ਸਮਝਦੇ ਸੀ ਅਸੀਂ। ਹੁਣ ਸਾਰੀ ਦੁਨੀਆ এনवायरमेंट ਦੇ ਪਿੱਛੇ ਨੱਠ ਰਹੀ ਹੈ। ਕਿਉਂਕਿ ਨੱਠ ਰਹੀ ਇੱਕ ਸਿੰਪਲ ਚੀਜ਼ ਹੈਗੀ, ਤੁਸੀਂ ਅਗਰ ਦੇਖੋ ਅਗਲੇ 30 ਸਾਲ ਵਿੱਚ ਸਾਡੀ ਪੋਪੂਲੇਸ਼ਨ 2 ਬਿਲੀਅਨ ਵਧੇਗੀ। ਹੁਣ ਅਸੀਂ 8 ਬਿਲੀਅਨ ਨਾ 10 ਬਿਲੀਅਨ ਹੋਵਾਂਗੇ। ਪਿਛਲੇ 100 ਸਾਲ ਵਿੱਚ ਜਿੰਨੀ ਆਬਾਦੀ ਵਧੀ ਹੈ, ਉਨੀ ਆਬਾਦੀ ਪਿਛਲੇ 250 ਸਾਲ ਵਿੱਚ ਨਹੀਂ ਸੀ ਵਧੀ, ਜੋ ਪਿਛਲੇ 100 ਈਅਰ ਵਿੱਚ ਪੋਪੂਲੇਸ਼ਨ ਇਤਨੀ ਵੱਧ ਗਈ ਹੈ। ਬਿਲਕੁਲ। ਔਰ ਅਗਲੇ 30 ਸਾਲ ਵਿੱਚ ਉਸ ਤੋਂ ਵੀ ਜ਼ਿਆਦਾ ਵਧੇਗੀ। 2 ਬਿਲੀਅਨ ਦਾ ਮਤਲਬ ਵੀਰ ਜੀ, ਤੁਸੀਂ ਅਗਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰੋ ਤਾਂ ਮਤਲਬ ਹੈਗਾ ਕਰੀਬ 66 ਮਿਲੀਅਨ ਆਬਾਦੀ ਹਰ ਸਾਲ ਵਧੇਗੀ ਅਗਲੇ 30 ਸਾਲ ਤੱਕ। ਇਹਨੂੰ ਪਰ ਡੇ ਕਰੋ ਤੇ 1,80,000 ਬੰਦਾ ਰਫਲੀ ਰੋਜ਼ ਦੁਨੀਆ ਤੇ ਵਧ ਰਿਹਾ। ਸਮਝੋ ਰਫਲੀ ਸੇ 2 ਲੱਖ ਬੰਦਾ ਹਰ ਰੋਜ਼ ਵਧ ਰਿਹਾ ਦੁਨੀਆ ਤੇ। ਉਹਨੂੰ ਕੱਪੜਾ ਵੀ ਚਾਹੀਦਾ, ਕਿਤਾਬਾਂ ਵੀ ਚਾਹੀਦੀਆਂ, ਰਹਿਣ ਨੂੰ ਮਕਾਨ ਵੀ ਚਾਹੀਦੀ, ਗੱਡੀ ਵੀ ਚਾਹੀਦਾ, ਟੀਵੀ ਵੀ ਚਾਹੀਦੀ, ਕੜੀਆਂ ਵੀ ਚਾਹੀਦੇ, ਸਭ ਕੁਝ ਚਾਹੀਦਾ। ਤੇ ਸਾਰੀ ਚੀਜ਼ਾਂ ਕਿੱਥੋਂ ਬਣਨਗੀਆਂ? कपड़ा भी किसी फाइबर, आजकल कपड़ा प्लास्टिक टू पॉलिएस्टर यान टू बढ़ना, कॉटन टू कट बहुत महंगा हो गया, पॉलिएस्टर यान प्लास्टिक टू आएगा। ਹੁਣ ਕਿੰਨਾ ਪਲਾਸਟਿਕ ਬਣਾਵਾਂਗੇ? तो वो ਕਹਿੰਦੇ ਨੇ ਕਿ ਜਿਸ ਤੇਜ਼ੀ ਨਾਲ ਦੁਨੀਆ ਵਧ ਰਹੀ ਹੈ, ਜਿਸ ਤੇਜ਼ੀ ਨਾਲ ਸਾਡੀ ਡਿਸਪੋਜ਼ੇਬਲ ਇਨਕਮ ਵਧ ਰਹੀ ਹੈ, ਜਿਸ ਤੇਜ਼ੀ ਨਾਲ ਸਾਡਾ ਕੰਜ਼ੰਪਸ਼ਨ ਵਧ ਰਿਹਾ, ਸਾਡੇ ਕੋਲ ਦੁਨੀਆ ਵਿੱਚ ਇਤਨਾ ਮਿਨਰਲ ਵੈਲਥ ਨਹੀਂ ਹੈਗੀ ਕਿ ਅਸੀਂ ਉਹਨਾਂ ਚੀਜ਼ਾਂ ਬਣਾ ਸਕੀਏ। ਯਾਨੀ ਕਿ ਫੋਰ ਐਗਜ਼ਾਮਪਲ ਤੁਸੀਂ ਸੌਫਟ ਡਰਿੰਕ ਦੀ ਬੋਤਲ ਲਓ, ਸੌਫਟ ਡਰਿੰਕ ਦੀ ਬੋਤਲ ਪੈਟਰੋਕੈਮੀਕਲ ਇੰਡਸਟਰੀ ਜੋ PET ਵਿੱਚ ਬਣਦੀ ਹੈ। ਹੁਣ ਕੋਕੋਲਾ ਦੀ ਪਤਾ ਨਹੀਂ ਕਿੰਨੀਆਂ ਲੱਖਾਂ ਬੋਟਲ ਪਰ ਡੇ ਸਿਰਫ ਅਮਰੀਕਾ ਵਿੱਚ ਸੁੱਟੀ ਜਾਂਦੀ ਹੈ। ਬਿਲਕੁਲ 3.5 ਲੱਖ 350 ਮਿਲੀਅਨ ਅਮਰੀਕਾ ਦੀ ਪੋਪੂਲੇਸ਼ਨ ਹੈ। ਰੋਜ਼ ਦਾ ਅਗਰ ਇੱਕ ਬੰਦਾ ਇੱਕ ਸੌਫਟ ਡਰਿੰਕ ਦੀ ਬੋਟਲ ਪੀਂਦਾ ਹੈ ਤੇ 350 ਮਿਲੀਅਨ ਰੋਜ਼ ਦੀ ਬੋਟਲ ਅਮਰੀਕਾ ਦੇ ਡਸਟਬਿਨ ਸੁੱਟੀ ਜਾਂਦੀ। ਇਟਸ ਅ ਬਿਗ ਨੰਬਰ। ਪਰ ਭਾਜੀ ਇਹ ਬੜੀ ਤੁਸੀਂ ਇੰਟਰਸਟਿੰਗ ਗੱਲ ਤੁਸੀਂ ਫੈਕਟ ਫਿਗਰ ਲੈ ਕੇ ਆਏ ਹੋ। ਤੁਸੀਂ ਦੇਖੋ ਅਸੀਂ ਜਾਣੇ ਅਣਜਾਣੇ ਕਿੱਦਾਂ ਦੁਨੀਆ ਨੂੰ ਅਸੀਂ ਡਿਸਟਰੋਏ ਕਰ ਰਹੇ ਹਾਂ ਪਲਾਸਟਿਕ ਨਾਲ, ਹਰ ਚੀਜ਼ ਦੇ ਨਾਲ ਹੈ। ਉਹ ਜਿੱਦਾਂ ਤੁਸੀਂ ਤੇ ਇਹਦੇ 'ਚ ਬੜਾ ਤੁਸੀਂ ਇੰਟਰਸਟ ਲੈ ਰਹੇ ਹੋ, ਤੁਸੀਂ ਬੜਾ ਕੀਨ ਰੱਖਦੇ ਪਏ ਹੋ। ਜਦੋਂ ਤੁਸੀਂ ਇੱਦਾਂ ਦੇਖਦੇ ਹੋ, ਹਾਊ ਯੂ ਫੀਲ? ਮਸਟ ਬੀ ਫੀਲਿੰਗ ਵੈਰੀ ਫਰਸਟ੍ਰੇਟਡ ਕਿ ਕਿੱਦਾਂ ਮੈਂ ਦੁਨੀਆ ਨੂੰ ਅੱਜ ਅਸੀਂ ਸ਼ੋਅ ਕਰਦੇ ਹਾਂ। ਮੈਂ ਰੀਅਲੀ ਉਮੀਦ ਰੱਖਦਾ ਕਿ ਤੁਸੀਂ ਇਹ ਚੀਜ਼ਾਂ 'ਤੇ ਗੌਰ ਕਰੋਗੇ। ਬਹੁਤ ਇੰਪੋਰਟੈਂਟ ਚੀਜ਼ ਆ ਓਨੈਸਟਲੀ। ਮੇਰੇ ਕੁਐਸਚਨ ਅੱਗੇ ਪਿੱਛੇ ਲਿਖੇ ਹੋਏ ਨੇ ਪਰ ਮੈਂ ਥੋੜ੍ਹਾ ਜਿਹਾ ਅੱਗੇ ਲੈ ਆਉਣਾ। ਦਿਸ ਇਜ਼ ਦ ਲਾਸਟ ਜਨਰੇਸ਼ਨ ਕਿ ਇਹ ਜਿਹੜਾ ਕਲਾਈਮੇਟ ਚੇਂਜ ਨੂੰ ਤੁਸੀਂ ਸੁਧਾਰ ਸਕਦੇ ਹੋ। ਇਹ ਤੋਂ ਬਾਅਦ ਨਹੀਂ ਸੁਧਰੇਗਾ ਬਿਕੋਜ਼ ਵੀ ਵਿਲ ਗੋ ਇਨਟੂ ਕ੍ਰਾਈਸਿਸ। ਜੀ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ। ਇਹ ਮੈਂ ਦੂਜੀ ਕਿਤਾਬ ਲਿਖ ਰਿਹਾ। ਮੇਰੀ ਕਿਤਾਬ ਦਾ ਟਾਈਟਲ ਹੈ ਵਾਂਟ ਨੋਟ ਵੇਸਟ ਨੋਟ। ਅਗਰ ਨਹੀਂ ਚਾਹੀਦਾ ਤਾਂ ਉਹਨੂੰ ਨਾ ਯੂਜ਼ ਕਰੋ, ਉਹਦਾ ਵੇਸਟ ਨਾ ਕਰੋ। ਇਹ ਮੇਰੀ ਕਿਤਾਬ ਦਾ ਟਾਈਟਲ ਹੈਗਾ। ਔਰ ਮਤਲਬ ਉਸ ਕਿਤਾਬ ਵਿੱਚ ਮੈਂ ਇਹੀ ਚੀਜ਼ ਕਹਿ ਰਿਹਾ ਕਿ ਅਸੀਂ ਇਤਨਾ ਦੁਨੀਆ ਨੂੰ ਵਿਗਾੜ ਚੁੱਕੇ ਹਾਂ, এনवायरमेंट ਨੂੰ ਵਿਗਾੜ ਚੁੱਕੇ ਹਾਂ ਕਿ ਹੁਣ ਅਗਰ ਅਸੀਂ ਅਗਲੇ 10 ਸਾਲ ਵਿੱਚ ਨਹੀਂ ਸੁਧਰੇ ਤੇ ਟੂ ਲੇਟ ਹੋ ਜਾਏਗਾ। ਜੋ ਤੁਸੀਂ ਟਰਕੀ ਵਿੱਚ ਦੇਖੋ ਅੱਗ ਲੱਗ ਰਹੀ ਹੈ। ਟਰਕੀ ਵਿੱਚ ਕਦੇ ਸੁਣਿਆ ਨਹੀਂ ਸੀ ਅੱਗ। ਜਰਮਨੀ ਫਲੱਡ, ਆਸਟਰੀਆ ਫਲੱਡ, ਬੈਲਜੀਅਮ ਫਲੱਡ, ਅਮਰੀਕਾ, everywhere is on fire. Why? ਕਿਉਂਕਿ ਦੁਨੀਆ ਦਾ ਤਪਸ਼ ਵਧ ਰਹੀ ਹੈ। ਤੁਹਾਨੂੰ ਮੈਂ ਇੱਕ ਹੋਰ ਤੁਹਾਡੇ ਲਿਸਨਰਸ ਵਾਸਤੇ ਇੱਕ ਫਿਗਰ ਦੱਸਣਾ ਚਾਹੁੰਦਾ। 1 ਟਨ ਅਸੀਂ ਪੇਪਰ ਅਗਰ ਬਣਾਇਆ ਨਾ, ਫੋਟੋਕਾਪਿੰਗ ਪੇਪਰ, ਉਹਦੇ ਲਈ ਸਾਨੂੰ 40 ਦਰਖਤ ਕੱਟਣੇ ਪੈਂਦੇ ਨੇ। ਔਰ 1 ਟਨ ਵੇਸਟ ਫੋਟੋਕਾਪਿੰਗ ਪੇਪਰ ਵਿੱਚ 400 ਰਿਮ ਪੇਪਰ ਦੀਆਂ ਦਾ 1 ਟਨ ਬਣਦਾ ਹੈ। ਤੁਸੀਂ 400 ਰਿਮ ਇੱਕ ਵੱਡੇ ਆਫਿਸ ਵਿੱਚ ਮਗਰ ਰੋਜ਼ ਦੇ ਯੂਜ਼ ਕਰਦੇ ਰਹੋਗੇ, ਲੇਕਿਨ ਉਹ ਯੂਜ਼ ਕਰਨ ਵੇਲੇ ਸੋਚਦੇ ਨੇ ਕਿ ਮੇਰੀ ਫੋਟੋਕਾਪੀ ਕਰਕੇ ਥੋੜ੍ਹਾ ਜਿਹਾ ਪੜ੍ਹ ਕੇ ਸੁੱਟ ਦਿੰਦੇ। ਭਈ ਫੋਟੋਕਾਪੀ ਤਾਂ ਕਰੋ ਜਦੋਂ ਲੋੜ ਜੇ ਨਹੀਂ ਹੈਗੀ ਤੇ ਨਾ ਕਰੋ। ਉਹਨੂੰ ਮੈਸੇਜ ਨੂੰ ਇੰਟਰਨੈਟ 'ਤੇ ਕੰਪਿਊਟਰ 'ਤੇ ਸੇਵ ਕਰ ਦਿਓ, ਡਿਜੀਟਲੀ ਸੇਵ ਕਰ ਦਿਓ। ਯੂ ਡੋਂਟ ਹੈਵ ਟੂ ਪ੍ਰਿੰਟ। ਭਾਜੀ ਪੂਰੀ ਕਿ ਇੱਦਾਂ ਦੀ ਚੀਜ਼ਾਂ ਦਾ ਜਿੱਦਾਂ ਦੇਖੋ ਤਾਂ ਹੀ ਮੈਂ ਕਹਿੰਦਾ ਪਲੀਜ਼ ਪ੍ਰੋਗਰਾਮ ਦੇਖਿਆ ਕਰੋ। ਬੜਾ ਮੈਂ ਰਾਈਟ ਲੈਵਲ ਯੂਜ਼ ਕਰਾਂਗਾ। ਬੜਾ ਕੇਅਰਲੈਸ ਐਟੀਟਿਊਡ ਹੈਗਾ। ਜਿੱਦਾਂ ਤੁਸੀਂ ਫੋਟੋਕਾਪੀ ਕੀਤੀ ਨਹੀਂ, ਅੱਛਾ ਤੁਸੀਂ ਬਿੰਜ ਪਾਤਾ ਵਿਦਆਊਟ ਸੋਚੇ ਸਮਝੇ। ਕਿਉਂਕਿ ਤੁਹਾਨੂੰ ਫਿਕਰ ਨਹੀਂ ਅਸੀਂ ਕਿਸੇ ਕੰਪਨੀ 'ਚ ਕੰਮ ਕਰਦੇ ਹੋ, ਖਰਚਾ ਉਹਨਾਂ ਦਾ, ਬਿਜਲੀ ਉਹਨਾਂ ਦੀ, ਪੇਪਰ ਉਹਨਾਂ ਦਾ। ਲੇਕਿਨ ਕਲਾਈਮੇਟ ਜਿਹੜਾ ਉਹ ਤਾਂ ਸਾਰਾ ਖਰਾਬ ਹੋ ਰਿਹਾ ਨਾ। ਤੁਸੀਂ ਸਵੇਰੇ ਬਰਸ਼ ਕਰਦੇ ਹੋ। ਮੈਂ ਕਹਿੰਦਾ ਹੁੰਦਾ ਕਿ ਬਈ
ਤੁਸੀਂ ਕਿੰਨੇ ਕੁ ਲੋਕ ਸਾਡੀ ਆਦਤ ਹੈ ਨਲਕਾ ਚੱਲਦਾ ਰਹੇਗਾ ਅਸੀਂ ਬਰਸ਼ ਕਰ ਰਹੇ, ਉਹ ਵਾਟਰ ਜਿਹੜਾ ਵੇਸਟ ਹੋ ਰਿਹਾ ਡਾਊਨ ਦਾ ਵੇਸਟ ਸਿਸਟਮ, ਉਹ ਦੁਨੀਆ ਦੀਆਂ 20 ਤੇ 25 ਸਿਟੀਜ਼ ਇਸ ਵੇਲੇ ਐਸੀਆਂ ਹੈਗੀਆਂ ਜਿਹਦੇ ਵਿੱਚ ਅਗਲੇ 10 ਸਾਲ ਵਿੱਚ ਪਾਣੀ ਨਹੀਂ ਹੋਏਗਾ। ਦ ਟੌਪ ਆਫ ਦ ਲਿਸਟ ਇਜ਼ ਕੇਪ ਟਾਊਨ ਇਨ ਸਾਊਥ ਅਫਰੀਕਾ। ਲੰਡਨ ਵਿੱਚ 20 ਲਿਸਟਾਂ 'ਚ ਲੰਡਨ ਦਾ ਵੀ ਨਾਮ ਹੈਗਾ। ਤਪਸ਼ ਇਤਨਾ ਵੱਧ ਰਿਹਾ, ਪਾਣੀ ਦੀ ਲੈਵਲ डाउन जा रहे हैं, वाटर टेबल, पानी की अवेलेबिलिटी कम है, वेस्टेज इतनी ज़्यादा है कि रिसाइकलिंग ऑफ वाटर इज़ नॉट टेकिंग प्लेस, सो पीपल आर गोइंग डाई। जब पानी कट हो गया तो फेमिन आ जाएगी, एग्रीकल्चर नहीं होएगा, पिंड खाण पीण के अलावा एग्रीकल्चर सैटबैक होएगा। मतलब एनवायरनमेंट का इतना असी एक वर्ड हैगा, 2 वर्ड लास्ट 20 ईयर्स में चेंज हो गए ने। पहले से कहने से लीनियर इकोनॉमी, ਹੁਣ ਅਸੀਂ ਕਹਿੰਦੇ ਆ ਸਰਕੂਲਰ ਇਕੋਨੋਮੀ। ਲੀਨੀਅਰ ਇਕੋਨੋਮੀ ਖਾਓ ਪੀਓ ਤੇ ਸੁੱਟੋ, ਉਹਨੂੰ ਲੀਨੀਅਰ ਕਹਿੰਦੇ ਨੇ, ਖਾਓ ਪੀਓ ਸੁੱਟੋ, ਯੂਜ਼ ਬਾਈ ਕੰਜ਼ਿਊਮ ਐਂਡ ਵੇਸਟ। ਉਹ ਕਿੱਥੇ ਜਾਣਾ ਕਿਸੇ ਨੂੰ ਚੀਜ਼ਾਂ ਨਹੀਂ ਕੀ। ਹੁਣ ਲੋਕਾਂ ਨੂੰ ਸਮਝ ਆ ਗਈ ਕਿ ਬਈ ਅਸੀਂ ਸੁੱਟਾਂਗੇ ਤੇ ਫਿਰ ਹੁਣ ਕਿੱਥੋਂ ਆਏਗਾ ਵਾਪਸ, ਤੇ ਫਿਰ ਉਹ ਲੋਕਾਂ ਨੇ ਰੀਸਾਈਕਲਿੰਗ ਕਰਨੀ ਸ਼ੁਰੂ ਕੀਤੀ। ਤਾਂ ਲੀਨੀਅਰ ਨੂੰ ਸਰਕੂਲਰ ਬਣਾ ਦਿੱਤਾ, ਖਾਓ ਪੀਓ ਸੇਵ ਕਰੋ, ਰੀਸਾਈਕਲ ਕਰੋ, ਵਾਪਸ ਉਹਦੇ ਵਿੱਚ ਫਿਰ ਉਹੀ ਚੀਜ਼ ਵਾਪਸ ਬਣਾਓ, ਫਿਰ ਉਹਨੂੰ ਖਾਓ ਪੀਓ ਯੂਜ਼ ਕਰੋ, ਤਾਂ ਕਿ ਉਹ ਸਰਕਲ ਵਿੱਚ ਚੱਲਦਾ ਰਹੇ। ਤਾਂ ਕਿ ਉਹਨੂੰ ਅੱਜ ਕੱਲ੍ਹ ਯੂਨਾਈਟਿਡ ਨੇਸ਼ਨ ਕੀ ਹਰ ਦੁਨੀਆ ਦੀ ਬੋਡੀ ਸਰਕੂਲਰ ਇਕੋਨੋਮੀ ਨੂੰ ਪ੍ਰਮੋਟ ਕਰਦੀ ਕਿ ਸਰਕੂਲਰ ਜਿਤਨਾ ਯੂਜ਼ ਕਰਾਂਗੇ ਸਾਡੀ ਵੇਸਟ ਘੱਟ ਹੋਏਗੀ। ਮੈਂ ਤਾਂ ਸਾਰਿਆਂ ਨੂੰ ਇਹ ਇੱਕ ਰਿਕੁਐਸਟ ਹੈ, ਇਹ ਨਾ ਸੋਚਿਆ ਕਰੋ ਯਾਰ ਇੱਕ ਪਲਾਸਟਿਕ ਦੀ ਬੋਟਲ ਮੈਂ ਬਚਾ ਲਈ, ਮੇਰੇ ਨਾਲ ਵਾਲੇ ਨਹੀਂ ਬਚਾਏ ਤੇ ਮੈਂ ਕਿਉਂ ਬਚਾਵਾਂ। ਨਹੀਂ, ਛੋਟੇ ਤੋਂ ਛੋਟਾ ਕੰਮ, ਡਜ਼ਨ ਮੀਟਰ ਕਿੰਨਾ ਛੋਟਾ ਹੈ, all this micro effort suddenly becomes macro effort। ਤੁਹਾਡੀ ਛੋਟੀ ਤੋਂ ਛੋਟੀ ਐਫਰਟ ਕੀਤੀ ਇੱਕ ਬੋਤਲ ਬਚਾਈ ਹੋਏ ਜਾਂ ਲਾਈਟ ਅਨਨੈਸਰੀ ਜਲ ਰਹੀ ਉਹਨੂੰ ਆਫ ਕਰ ਦਿੱਤੀ, ਐਨਰਜੀ ਸੇਵਿੰਗ, ਉਹ ਸਾਰੇ ਇਕੱਠਾ ਹੋ ਕੇ ਬਿਕਮਸ ਅ ਬਿਗ ਨੰਬਰ। ਅਦਰਵਾਈਜ਼ ਜੋ ਤੁਸੀਂ ਕਲਾਈਮੇਟ ਚੇਂਜ ਦੀ ਗੱਲਾਂ ਕਰ ਰਹੇ ਹੋ ਸਾਡੇ ਲਈ ਇਹ 10 ਸਾਲਾਂ ਵਿੱਚ ਅਗਰ ਅਸੀਂ ਨਾ ਸਾਂਭ ਪਾਇਆ, ਆਈ ਥਿੰਕ ਇਟ ਬੀ ਟੂ ਲੇਟ। ਪਰ ਮੇਰੀ ਸੁਣੋ, ਦੇਖੋ ਅੱਜ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਐਂਡ ਯੂ ਨੋ ਕਈ ਦਫਾ ਮੈਂ ਵੀ ਅਵੇਅਰ ਹੁੰਨਾ ਹੈ, ਲੇਕਿਨ ਫੈਕਟ ਫਿਗਰ ਨਹੀਂ ਪਤਾ ਸੀ ਜੋ ਅੱਜ ਰਣਜੀਤ ਸਿੰਘ ਨੇ ਦੱਸਿਆ। ਉਹ ਇੱਕਦਮ ਦਿਮਾਗ ਨਾ ਘੁੰਮ ਜਾਂਦਾ, ਬੰਦਾ ਵਰੀ 'ਚ ਚਲੇ ਜਾਂਦਾ। ਪਰ ਸਾਡੀ ਇਨਸਾਨ ਦੀ ਫਿਤਰਤ ਹੈਗੀ ਹੈ, ਫਿਤਰਤ ਕਿ ਨਾ ਜਦੋਂ ਤੁਸੀਂ ਬੈਠੇ ਹੋ, ਦੁੱਖ ਹੋ ਗਿਆ, ਦਿਮਾਗ 'ਚ ਪ੍ਰੈਸ਼ਰ ਚਲੇ ਗਿਆ, ਰੂਮ 'ਚੋਂ ਬਾਹਰ ਚਲੇ ਗਿਆ, ਤੁਸੀਂ ਭੁੱਲ ਜਾਂਦੇ ਹੋ, ਉਹ ਜਾ ਕੇ ਤੁਸੀਂ ਉਹ ਗਲਤੀਆਂ ਉਹ ਫੇਲ ਕਰਦੇ ਹੋ। ਇਹ ਜੇ ਅੱਜ ਦਾ ਪ੍ਰੋਗਰਾਮ ਦੇਖ ਕੇ 10% 20% ਬੰਦੇ ਬਦਲ ਗਏ ਨਾ, ਇਸੇ ਤਰ੍ਹਾਂ ਹੌਲੀ ਹੌਲੀ ਕਰਕੇ ਯੂ ਨੋ ਸਾਰਿਆਂ ਨੂੰ ਵੱਡੀ ਗੱਲ ਦੇਖੋ, ਮੈਂ ਬੜੀ ਇੰਟਰੈਕਸ਼ਨ ਤੁਹਾਨੂੰ ਗੱਲ ਕਹਿਣਾ, ਮੇਰੇ ਦਿਮਾਗ 'ਚ ਗੱਲ ਆਈ ਹੈ। ਰਣਜੀਤ ਸਿੰਘ ਜੀ, ਜਦੋਂ ਤੁਸੀਂ ਆਪਣਾ ਸਕਸੈਸ ਹੋ ਜਾਂਦੇ ਹੋ, ਤੁਹਾਡੀ ਮਕਸਦ ਜੀਣ ਦਾ, ਕਮਾਈ ਕਰਨ ਦਾ, ਤਰੱਕੀ ਦਾ ਹੈਗਾ ਕਿ ਮੇਰੇ ਬੱਚਿਆਂ ਦਾ ਮੈਂ ਫਿਊਚਰ ਬਣਾ ਦੇਵਾਂ, ਸਿਰਫ ਉਹਦੇ ਪਿੱਛੇ ਕਰਦੇ ਹੋ। ਤੁਸੀਂ ਫਿਊਚਰ ਬਣਾਉਣ ਲੱਗੇ ਹੋ, ਲੇਕਿਨ ਤੁਸੀਂ ਜਿਹੜਾ ਧਰਤੀ ਹੈਗੀ ਆ, ਅਰਥ ਹੈਗੀ ਆ, ਉਹ ਤੁਸੀਂ ਉਹਨਾਂ ਨੂੰ ਚੰਗੀ ਰਹਿਣ ਵਾਲੀ ਜਗ੍ਹਾ 'ਤੇ ਚੜ੍ਹ ਕੇ ਨਹੀਂ ਜਾਂਦੇ। ਸਰ ਸਾਡੇ ਗੁਰੂ ਸਾਹਿਬ ਨੇ ਕੀ ਕਿਹਾ, ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ। ਧਰਤੀ ਨੂੰ ਗੁਰੂ ਸਾਹਿਬ ਨੇ ਕਿਹਾ ਮਾਤਾ ਸਮਝ ਕੇ ਯੂਜ਼ ਕਰੋ, ਕਿ ਧਰਤੀ ਸਾਡੀ ਮਾਂ ਹੈ। ਧਰਤੀ ਸਾਨੂੰ ਜਗ੍ਹਾ ਰਹਿਣ ਦੀ ਵੀ ਮਿਲਦੀ ਹੈ, ਖਾਣ ਪੀਣ ਨੂੰ ਵੀ ਮਿਲਦਾ ਹੈ, ਐਗਰੀਕਲਚਰ ਵੀ ਮਿਲਦਾ। ਸੋ ਵੀ ਰੀਅਲੀ ਹੈਵ ਟੂ ਲੁੱਕ ਆਫਟਰ ਦੀ ਅਰਥ। ਅਸੀਂ ਨਹੀਂ ਯੂਜ਼ ਕਰ ਲੁੱਕ ਆਫਟਰ ਕਰਦੇ ਹਾਂ, ਵੀ ਆਰ ਅਬਿਊਜ਼ਿੰਗ ਇਟ। ਤੇ ਇਸ ਕਰਕੇ ਕਲਾਈਮੇਟ ਚੇਂਜ ਬਾਰੇ ਕੋਸ਼ਿਸ਼ ਕਰ ਰਹੇ ਨੇ ਕਿ ਬਈ 1.5 ਡਿਗਰੀ ਮੈਕਸੀਮਮ 2 ਡਿਗਰੀ ਟੈਂਪਰੇਚਰ 2050 ਤੱਕ ਵਧੇ। ਪਰ ਮੇਰਾ ਖਿਆਲ ਹੈ ਜਿਸ ਹਿਸਾਬ ਨਾਲ ਅਸੀਂ ਪੋਪੂਲੇਸ਼ਨ ਵੱਧ ਰਹੀ ਹੈ, ਜਿਸ ਹਿਸਾਬ ਨਾਲ ਅਸੀਂ ਕਾਰਾਂ ਫੈਮਿਲੀ 'ਚ ਇੱਕ 2 ਫੈਮਿਲੀ ਦੇ 6 ਕਾਰਾਂ, ਵੀ ਡੋਂਟ ਥਿੰਕ ਵਾਟ ਵੀ ਆਰ ਡੂਇੰਗ। ਰੀਸਾਈਕਲਿੰਗ ਦਾ ਅਸੀਂ ਕਦੇ ਸੋਚਦੇ ਨਹੀਂ ਕਿ ਰੀਸਾਈਕਲਿੰਗ ਦੀ ਕਿੰਨੀ ਇੰਪੋਰਟੈਂਸ ਹੈਗੀ। तो आई थिंक वी आर नॉट हेल्पिंग द एनवायरनमेंट। तो अगर ये 2 डिग्री के अंदर ना रहा 2050 तक क्लाइमेट चेंज, तो समुद्र का लेवल ऊपर आ जाएगा, तपश दुनिया की बढ़ जाएगी, सुनामी इज ऑल बिकॉज ऑफ दिस, फ्लड इज बिकॉज ऑफ दिस। बारिश पै रही है, कितने बाढ़ आ रही है, कितने बारिश पै रही है। ये गुरबाणी जो कितने लिखा है मैंने तुक नहीं पता, पर ये लिखा है वक्त ऐसा आएगा क्योंकि ह्यूमन बीइंग इज बिकमिंग सो केयरलैस में भी और सो नेगलिजेंट अबाउट द एनवायरनमेंट। तो मेरी तो सारे नूं हाथ जोड़ के बेनती है तो प्लीज़ तुसी एनवायरनमेंट नूं बहुत बहुत इंपोर्टेंस दो। ये बहुत जरूरी है कि अगर आपसे आपने अगली जनरेशन वास्ते माया ते छड़ जाओगे, जे उन्होंने वास्ते एनवायरनमेंट ही ठीक नहीं रहा, तपश इतनी रही, भुख हो जाएगी, फ्लड हो जाएगी, वो माया नूं की करेंगे। अज तुसी कोविड पेस्ट नाल थोड़ी खरीद सक रहे हो,
COVID is such a virus, money doesn't stop it. Doesn't. So environment is such a thing. I think we should leave it for the next generation. A good, green, clean, sustainable environment ਇਹ ਸਾਡੀ ਡਿਊਟੀ ਬਣਦੀ ਹੈ। ਅਗਰ ਅਸੀਂ ਸਾਰੇ ਮਿਲ ਕੇ ਜੋ ਤੁਸੀਂ ਵੀਰ ਜੀ ਨੇ ਕਿਹਾ ਜੋ ਥੋੜਾ ਜਿਹਾ ਵੀ ਫਰਕ ਪਾਵਾਂਗੇ 10% ਵੀ ਫਰਕ ਪਾਵਾਂਗੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਇਹ 10% ਨਾਲ ਕਿੰਨੇ ਮਿਲੀਅਨ ਲੋਕਾਂ ਦੀ ਹੈਲਥ ਦੇ ਇੰਪਰੂਵਮੈਂਟ ਆ ਜਾਏਗਾ, ਪੋਲਿਊਸ਼ਨ ਘਟ ਜਾਏਗਾ, ਲੋਕਾਂ ਨੂੰ ਅਸਥਮਾ ਹੋ ਰਿਹਾ, ਬਰੀਥਿੰਗ ਪ੍ਰੋਬਲਮ ਹੋ ਰਹੀ ਹੈ, ਸਕਿਨ ਇਰੀਟੇਸ਼ਨ ਹੋ ਰਹੀ, ਇਹ ਸਭ ਪੋਲਿਊਸ਼ਨ ਨਾਲ ਹੋ ਰਿਹਾ। ਯਾਰ ਅਸੀਂ ਨਾ ਬੱਚੇ ਦੇ ਜ਼ਰਾ ਚੋਟ ਲੱਗ ਜਾਂਦੇ ਨਾ ਤੇ ਮਾਂ ਪਿਓ ਦੇ ਦਿਲ 'ਚ ਚੋਟ ਲੱਗਦੀ ਹੈ। ਬੱਚੇ ਦੇ ਲੱਗੀ ਲੇਕਿਨ ਦਰਦ ਉਹਦਾ ਵੀ ਹੁੰਦਾ ਹੈ। ਬਿਲਕੁਲ ਜੋ ਅਸੀਂ ਦੇਖਦੇ ਪਏ ਹਾਂ ਉਹਦਾ ਮਹਿਸੂਸ ਕਰਦੇ ਹਾਂ, ਲੇਕਿਨ ਜੋ ਅਸੀਂ ਛੱਡ ਕੇ ਜਾ ਰਹੇ ਹਾਂ ਉਹ ਦਰਦ ਲੋਕਾਂ ਨੂੰ ਕਿਉਂ ਨਹੀਂ ਹੋ ਰਿਹਾ ਕਿ ਮੇਰੇ ਬੱਚੇ ਨੂੰ ਮੈਂ ਇੱਕ ਇੱਦਾਂ ਦੀ ਧਰਤੀ ਦੇ ਕੇ ਜਾ ਰਿਹਾ ਜਿੱਥੇ ਕੋਈ ਨਾ ਖਾਣ ਨੂੰ ਨਾ ਪੀਣ ਨੂੰ, ਤੇ ਪਾਣੀ ਸਾਰਾ ਹੋਏਗਾ, ਉਹ ਵੀ ਨਹੀਂ ਹੋਣਾ, ਪੀਣ ਜੋਗਾ ਵੀ ਨਹੀਂ ਹੋਣਾ ਪਾਣੀ। ਬਿਕੋਜ਼ ਵਾਟਰ ਟੇਬਲ ਤੁਸੀਂ ਆਪਣੇ ਪੰਜਾਬ ਸੁਣਦੇ ਹੋ ਨਾ, ਉਹ ਕਹਿੰਦੇ ਮੈਂ ਪੰਜਾਬ ਜਾਈਦਾ ਲੋਕਾਂ ਨਾਲ ਗੱਲ ਕਰਦਾ, ਉਹ ਕਹਿੰਦੇ ਜੀ ਪੰਪ ਜਿਹੜਾ ਹੈ ਨਾ ਹੁਣ ਪਤਾ ਨਹੀਂ 300 ਫੁੱਟ ਨੀਚੇ ਜਾ ਕੇ ਪਾਣੀ ਆਉਂਦਾ। ਉਹਨਾਂ ਦਾ ਮਤਲਬ ਵਾਟਰ ਟੇਬਲ ਇੰਨਾ ਨੀਚੇ ਚਲਾ ਗਿਆ ਕਿ ਪਾਣੀ ਹੈਜ਼ ਬੀਨ ਯੂਜ਼ਡ ਐਂਡ ਅਬਿਊਜ਼ਡ ਐਂਡ ਵੀ ਹੈਵ ਨੈਵਰ ਥੌਟ ਆਫ ਫਿਲਿੰਗ ਅਪ ਦ ਵਾਟਰ ਟੇਬਲ। ਸੋ ਇਫ ਦੈਟ ਇਜ਼ ਦ ਸਿਚੁਏਸ਼ਨ ਅੱਜ ਤੋਂ 50-60 ਸਾਲ ਬਾਅਦ ਸਾਡਾ ਨੈਕਸਟ ਜਨਰੇਸ਼ਨ ਦਾ ਕੀ ਹੋਏਗਾ। ਸੋ ਆਈ ਥਿੰਕ ਵੀ ਹੈਵ ਅ ਡਿਊਟੀ ਵੀਰ ਜੀ ਕਿ ਭਈ ਅਗਰ ਅਸੀਂ ਆਪਣਾ ਸੁਧਾਰ ਦੁਨੀਆ ਦਾ ਸੁਧਾਰ ਚਾਹੁੰਦੇ ਹਾਂ ਤੇ ਗੁਰੂ ਸਾਹਿਬ ਦਾ ਹੁਕਮ ਸਮਝ ਕੇ ਕਿ ਧਰਤੀ ਨੂੰ ਆਪਣੀ ਮਾਤਾ ਸਮਝੇ ਤਾਂ ਮੇਰਾ ਖਿਆਲ ਹੈ ਰੀਸਾਈਕਲਿੰਗ ਐਨਵਾਇਰਨਮੈਂਟ ਨੂੰ ਸਮਝਣਾ, ਆਪਣੇ ਕੂੜੇ ਨੂੰ ਸੋਚ ਸਮਝ ਕੇ ਯੂਜ਼ ਕਰਨਾ ਤੇ ਸੁੱਟਣਾ। ਤੇ ਜਿਸ ਤਰ੍ਹਾਂ ਉਹ ਕਹਿੰਦੇ ਨੇ ਬਈ ਇੱਕ ਬਕਸਾ ਪਲਾਸਟਿਕ ਦਾ ਅਲੱਗ ਬਕਾ, ਇੱਕ ਐਲੂਮੀਨੀਅਮ ਕੈਨ, ਐਲੂਮੀਨੀਅਮ ਦਾ ਡਰਿੰਕ ਦਾ ਅਸੀਂ ਡੱਬਾ ਲੈਂਦੇ ਹਾਂ। ਹੁਣ ਐਲੂਮੀਨੀਅਮ ਦਾ ਡਰਿੰਕ ਦਾ ਡੱਬਾ ਅਗਰ ਮਾਈਨਿੰਗ ਤੋਂ ਬਣੇਗਾ ਤੇ ਬੌਕਸਾਈਟ ਤੋਂ ਬਣੇਗਾ। ਬੌਕਸਾਈਟ ਇਜ਼ ਐਲੂਮੀਨੀਅਮ ਆਕਸਾਈਡ। ਬੌਕਸਾਈਟ ਤੋਂ ਜੇ ਐਲੂਮੀਨੀਅਮ ਦਾ ਡੱਬਾ ਬਣਾਉਣ ਨੂੰ ਜਿੰਨੀ ਕੁ ਐਨਰਜੀ ਚਾਹੀਦੀ, ਜਿੰਨਾ ਕੁ ਪਾਣੀ ਚਾਹੀਦਾ, ਇਸ ਟਨਾਂ ਦੇ ਹਿਸਾਬ ਨਾਲ ਅਸੀਂ ਕੰਜ਼ਿਊਮ ਕਰਦੇ। ਅਗਰ ਅਸੀਂ ਵਿਚਕਾਰ ਪੁਰਾਣੇ ਡੱਬੇ ਲਿਆ ਕੇ ਟਿਨ ਦੇ ਡੱਬੇ ਲਿਆ ਕੇ ਉਹਨੂੰ ਪਿਘਲਾ ਕੇ ਸਿੱਧਾ ਐਲੂਮੀਨੀਅਮ ਬਣਾ ਦਿੰਦੇ ਆ, ਇਹ ਸਾਰੀ ਸਾਈਕਲ ਬੌਕਸਾਈਟ ਕੱਢਣੀ ਸੇਵ। ਸੋ ਕਿੰਨਾ ਤੁਸੀਂ ਪਾਣੀ ਬਚਾਉਂਦੇ ਹੋ, ਕਿੰਨੀ ਬਿਜਲੀ ਬਚਾਉਂਦੇ ਹੋ, ਕਿੰਨੀ ਤੁਸੀਂ ਐਨਵਾਇਰਨਮੈਂਟਲ ਬੈਨੀਫਿਟ ਕਰਦੇ ਹੋ, ਇਹਦਾ ਕੋਈ ਅੰਦਾਜ਼ਾ ਨਹੀਂ ਸਾਨੂੰ। ਸੋ ਹਰ ਡੱਬਾ ਤੁਸੀਂ ਬਚਾਉਂਦੇ ਹੋ, ਤੁਸੀਂ ਇਹ ਸਮਝੋ ਤੁਸੀਂ ਬਹੁਤ ਵੱਡੀ ਸੇਵਾ ਕੀਤੀ। ਜਿਸ ਹੁਣ ਮੈਂ ਨਾ ਪਹਿਲੀ ਗੱਲ ਤੇ ਦੇਖੋ ਅਸੀਂ ਪਹਿਲਾ ਸ਼ੋਅ ਕੀਤਾ, ਸਮਟਾਈਮ ਜਦੋਂ ਤੁਸੀਂ ਸ਼ੋਅ ਦੇਖਦੇ ਹੋ ਮੈਂ ਸਿੱਧੀ ਗੱਲ ਕਰਾਂਗਾ ਬੜੇ ਤੋਂ ਕਿਉਂਕਿ ਫੀਡਬੈਕ ਮਿਲਦੀ ਹੈ ਯਾਰ ਤੁਸੀਂ ਬੜੀ ਸੀਰੀਅਸ ਗੱਲਾਂ ਕਰਦੇ ਸੀ। ਅਗਰ ਜੇ ਸੀਰੀਅਸ ਨਹੀਂ ਕਰਾਂਗੇ ਤਾਂ ਦੁਨੀਆ ਨੂੰ ਪਹਿਲੀ ਗੱਲ ਤੇ ਮੈਨੂੰ ਬੜਾ ਅਫਸੋਸ ਹੋ ਰਿਹਾ, ਅੱਜ ਮੈਂ ਤੁਹਾਨੂੰ ਸੱਚ ਕਹਿ ਰਿਹਾ ਪਿਆ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਮਿਲੇ। ਇਹ ਬੜੀ ਦੇਰ ਤੋਂ ਪਹਿਲਾਂ ਇਹ ਜਿਹੜੀ ਟੌਪਿਕ ਇਹਦੇ 'ਤੇ ਦੇਖੋ ਜਦੋਂ ਤੁਸੀਂ ਕੋਈ ਚੀਜ਼ ਸ਼ੁਰੂ ਕਰਦੇ ਹੋ ਨਾ ਪਬਲਿਕ ਨੂੰ ਉਹਦੇ ਦਿਮਾਗ 'ਚ ਪੈਣੀ ਉਹਨੂੰ ਬੜਾ ਟਾਈਮ ਲੱਗਦਾ। ਇਹ ਨਹੀਂ ਹੋਏਗਾ ਕਿ ਅੱਜ ਪ੍ਰੋਗਰਾਮ ਦੇਖਦੇ ਤਾਂ ਲੋਕੀ ਚੇਂਜ ਹੋ ਜਾਣਗੇ। ਇੱਦਾਂ ਦੇ ਪ੍ਰੋਗਰਾਮ ਕਾਫੀ ਅਵੇਅਰਨੈਸ ਹੋਣੀ ਚਾਹੀਦੀ ਹੈ ਡਿਫਰੈਂਟ ਤਰੀਕੇ ਨਾਲ। ਤੁਸੀਂ ਬੁੱਕ ਵਗੈਰਾ ਲਿਖੀ ਹੈ, ਚਲੋ ਲੋਕਾਂ ਪਾਸ ਬੁੱਕ ਪੜ੍ਹਨ ਦਾ ਟਾਈਮ ਨਹੀਂ ਜਾਂ ਇੰਗਲਿਸ਼ ਨਹੀਂ ਪੜ੍ਹਦੇ, ਪਤਾ ਨਹੀਂ ਜੇ ਸ਼ਾਇਦ ਮੈਨੂੰ ਹੁਣੀ ਗੱਲ ਹੈ ਤੁਸੀਂ ਕੋਈ ਦੂਜੀ ਜ਼ਬਾਨ 'ਚ ਲਿਖੋਗੇ ਕਿ ਇੰਗਲਿਸ਼ 'ਚ ਹੀ ਹੈ। ਨਹੀਂ ਇਹ ਬੁੱਕ ਕਿਸੇ ਚਾਈਨੀਜ਼ ਵਿੱਚ ਟ੍ਰਾਂਸਲੇਟ ਕੀਤੀ, ਚਾਈਨਾ ਵਿਕਰੀ ਇਨ ਚਾਈਨੀਜ਼ ਲੈਂਗੁਏਜ। ਰੀਅਲੀ? ਹਾਂ, ਦੇ ਲਾਈਕ ਦ ਬੁੱਕ, ਉਹਨਾਂ ਨੇ ਟ੍ਰਾਂਸਲੇਟ ਕਰਕੇ ਚਾਈਨਾ ਵਿੱਚ ਕੈਨ ਬੀ ਕੁਆਇਟ ਈਜ਼ੀਲੀ ਚੇਂਜ ਟੂ ਵਾਟਐਵਰ ਲੈਂਗੁਏਜ ਇਟ ਕੈਨ ਬੀ। ਮੈਂ ਚਾਹੁੰਦਾ ਸੀ ਕਿ ਪੰਜਾਬੀ ਜਾਂ ਹਿੰਦੀ ਕਰਾਂ, ਪਰ ਮੇਰੀ ਦੂਜੀ ਕਿਤਾਬ ਜੇ ਲਿਖ ਰਿਹਾ ਨਾ ਉਹ ਮੈਂ ਕੋਸ਼ਿਸ਼ ਕਰਾਂਗਾ ਪੰਜਾਬੀ ਜਾਂ ਹਿੰਦੀ ਵਿੱਚ ਦੇਵਾਂ, ਕਿਉਂਕਿ ਵੀਰ ਜੀ ਜੋ ਤੁਸੀਂ ਕਿਹਾ ਨਾ ਕਿ ਅਵੇਅਰਨੈਸ ਨਹੀਂ ਹੈਗੀ। ਅਵੇਅਰਨੈਸ ਐਜੂਕੇਸ਼ਨ ਨਾਲ ਆਉਂਦੀ, ਐਜੂਕੇਸ਼ਨ ਇੱਕ ਦੂਜੇ ਨਾਲ ਗੱਲਬਾਤ ਕਰਕੇ, ਕਿਉਂਕਿ ਇਹ ਸਬਜੈਕਟ ਇਤਨਾ ਵਿਛੜਿਆ ਹੋਇਆ ਸਬਜੈਕਟ ਹੈ ਸਾਡੇ ਸਿਸਟਮ ਵਿੱਚ ਕਿ ਲੋਕਾਂ ਨੂੰ ਇਸ ਸਬਜੈਕਟ ਨਾਲ ਲਿੰਕ ਨਹੀਂ ਲੱਗਦਾ। ਉਹ ਸੋਚਦੇ ਜੀ ਵੱਡੀ ਫੈਕਟਰੀ ਲਗਾਵਾਂਗੇ, ਸੀਮੈਂਟ ਬਣਾ ਰਿਹਾ ਜੀ, ਮੈਂ ਪਤਾ ਨਹੀਂ ਟਰੱਕ ਬਣਾ ਰਿਹਾ, ਉਹ ਬੜੀ ਸ਼ਾਨ ਦੀ ਗੱਲ ਹੈ। ਪਰ ਮੈਂ ਕਿਹਾ ਅੱਜ ਕੱਲ੍ਹ ਸਭ ਤੋਂ ਵੱਡੀ ਸ਼ਾਨ ਦੀ ਗੱਲ ਹੈ ਉਹ ਸੇਵਾ ਦੀ ਗੱਲ ਹੈ। ਅਗਰ ਅਸੀਂ ਧਰਤੀ ਮਾਤਾ ਦੀ ਸੇਵਾ ਕਰੀਏ, एनवायरमेंट की सेवा करिए, साढ़े तो जेरे बाद जी आएंगे साढ़े बच्चे, साढ़े ग्रैंड चिल्ड्रन, उन्होंने वास्ते से वो हालत छोड़ जाइए ताकि वो ना बीमार हो। अदरवाइज उन्होंने तो बच्चा जमदे 2 महीने बाद उन्होंने एक्जिमा हो जाता, किसी को अस्थमा हो जाता। क्यों? क्योंकि पोल्यूशन इन्ना ज़्यादा क्रिएट करता। असी जो यूज़ करते हैं असी दूजे का नहीं ख्याल करते हैं। जी सिंह जी बहुत इंटरेस्टिंग है। मैं प्लीज़ टाइम बड़ी फास्ट जा रहा है, अच्छी छोटी सी ब्रेक लवेंगे तो ब्रेक तो बाद फिर तुमने मुलाकात कर दें। प्लीज़ वॉच करो, बहुत बहुत इंपॉर्टेंट है। और मैं प्लीज़ बड़ी खुशी होगी अगर तुम ਇਹਦੇ फीडबैक दोगे और कुछ ਇਹਦੇ असर करोगे। स्टे ट्यून्ड इन, डोंट गो टू फार। 1 मिनट ਅਸੀਂ ਵਾਪਸ ਆਏ। ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦ ਸੈਕੰਡ ਪਾਰਟ ਦੇ ਵਿੱਚ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਯੂ ਹੈਵ ਮਿਸਡ ਅ ਲੋਟ। ਓਨੈਸਟਲੀ ਮੈਂ ਕਦੀ ਇਹ ਲਫ਼ਜ਼ ਨਹੀਂ ਕਿਹਾ,
I enjoying this show so much कि भाजी रंजीत सिंह जी is so equipped with a topic ਦੇ ਨਾਲ ਨਾ ਔਰ ਅੱਖਾਂ ਖੁੱਲ ਗਿਆ ਮਜ਼ਾ ਆ ਰਿਹਾ ਗੱਲਬਾਤ ਕਰਨ ਦਾ तो मैं बहुत बहुत उम्मीद रखता कि तुम रियली शो इंजॉय करोगे अपना फीडबैक देना मैं हमेशा कहना ਹੁੰਦਾ कि प्लीज़ मेरी बड़ा हार्ड वर्क ਹੁੰਦਾ ਇੱਦਾਂ ਦੇ ਗੈਸਟ ਲੈ ਕੇ ਆਉਂਦੇ ਇੰਟੈਲੈਕਚੁਅਲ ਉੱਦਾਂ ਦਾ ਫਿਰ ਅਸੀਂ ਟੌਪਿਕ ਕਰਦੇ ਆ ਜਿੱਦਾਂ ਦਾ ਗੈਸਟ ਹੁੰਦਾ ਟੌਪਿਕ ਜਿੱਦਾਂ ਦਾ ਟੌਪਿਕ ਉੱਦਾਂ ਦਾ ਗੈਸਟ ਸੋ ਇਟ ਵਰਕਸ ਬੋਥ ਵੇਜ਼ ਤੇ ਰਣਜੀਤ ਸਿੰਘ ਹੁਣ ਤੋਂ ਦੇਖੋ ਆਪਾਂ ਮੈਂ ਗੱਲ ਮੈਨੂੰ ਬੜਾ ਦੁੱਖ ਹੋ ਰਿਹਾ ਕਿ ਇਹਦੇ ਤੇ ਬਹੁਤ ਅਵੇਅਰਨੈਸ ਨਹੀਂ ਹੋ ਰਹੀ ਤੁਸੀਂ ਬੁੱਕ ਵਗੈਰਾ ਲਿਖ ਲਈ ਲੋਟ ਆਫ ਪੀਪਲ ਨੋਟ ਗੋਇੰ ਟੂ ਰੀਡ ਦੈਟ ਹੁਣ ਕਲਚਰਲ ਡਿਫਰੈਂਟ ਡੱਬੇ ਦਿੱਤੇ ਹੋਏ ਨੇ ਰੀਸਾਈਕਲਿੰਗ ਲਈ ਪਰ ਉਹ ਲੋਕੀ ਉਹਨੂੰ ਮਜ਼ਾਕ ਸਮਝਦੇ ਹਾਊ ਮੈਨੀ ਪੀਪਲ ਆਰ ਰੀਅਲੀ ਐਕਚੁਅਲੀ ਫੋਲੋ ਕਰਦੇ ਉਹਨੂੰ ਕਈ ਲੋਕੀ ਕਹਿੰਦੇ ਮੇਰੇ ਤਾਂ 5 ਡੱਬੇ ਪਈ ਯਾਰ ਮੇਰਾ ਗਾਰਡਨ ਗੰਦਾ ਲੱਗਦਾ ਮੈਂ ਉਹਨੂੰ ਚੱਕ ਕੇ ਪਿੱਛੇ ਰੱਖ ਦਿੰਦਾ यू सी वही मैं दसा जी अगर तुसी सोचो जे तो एक तो जरा तुसी कूड़ा पाते हो अलग अलग डब्बिया एक तो तुसी ये हमेशा सोचो कि सुक्का ते गिला कूड़े नूं अलग रखना है अगर तुसी पेपर जरा पाया उन्होंने गिला कर देता तो पेपर कितने पहुँचने तो पहले ही पिघल जाएगा ਉਹਦਾ कोई फायदा नहीं है कोकोला के डब्बे अगर सुटते हो तो डब्बे ड्रिंक सुट के खाली डब्बा सुटोगे तो ਉਹਦਾ बेनीफिट होएगा क्योंकि इन्होंने चीज़ों को ट्रांसपोर्ट करने का बहुत भारा खर्चा है क्योंकि लाइट चीज़ा ने जो सॉफ्ट ड्रिंक के डब्बे बड़े लाइट ने तो उन्होंने एक टन अज की डेट में अगर तुम एलूमीनीयम कैन रीसाइकलिंग असी खरीदते हैं ਉਹਦਾ पा करीब 1000 पाउंड तो ऊपर रहेगा पर टन क्योंकि वजन बड़ा लाइट है 1000 पाउंड लेके उन्होंने ट्रांसपोर्ट करना बड़ा तो ट्रांसपोर्ट का कॉस्ट बहुत ज़्यादा जा जाता है तो इस करके एक तो पहले मेरी रिक्वेस्ट है जो अपने कार मेक श्योर करो कि सुक्के तो गिले का फर्क रखो और पेपर में मैं पहले भी जिक्र किया कि तकरीबन 40 पेड़ कट्टे जाते हैं 1 टन दरखत बनाने वास्ते ਹੁਣ ਤੁਸੀਂ ਦੇਖੋ ਕਿੰਨੀਆਂ ਅਖਬਾਰਾਂ ਸੀ ਪੜ੍ਹ ਕੇ ਸੁੱਟ ਦਿੰਦੇ ਅਗਰ ਅਸੀਂ ਉਹਨੂੰ ਰੀਸਾਈਕਲ ਨਹੀਂ ਕਰਾਂਗੇ ਉਹਨਾਂ ਨੂੰ ਨਹੀਂ ਯੂਜ਼ ਕਰਾਂਗੇ ਤੇ 40 ਹੋਰ ਦਰਖਤ ਕੱਟੇ ਜਾਣਗੇ ਦੁਨੀਆ ਦੀ ਸਾਰੀ ਦੁਨੀਆ ਵਿੱਚ ਨਾ ਜਿਹਨੂੰ ਅਸੀਂ ਕਹਿੰਦੇ ਗ੍ਰੀਨ ਕੈਨਪੀ ਦਾ ਮਤਲਬ ਜਿੰਨੇ ਸਾਡੇ ਕੋਲ ਫੋਰੈਸਟ ਹੈਗਾ ਦੁਨੀਆ ਵਿੱਚ ਰਫਲੀ ਫੋਰੈਸਟ ਦਾ ਦੁਨੀਆ ਦਾ ਸਟਰਕਚਰ 18ਵੀਂ 19ਵੀਂ ਸਦੀ ਵਿੱਚ ਜਿਹੜਾ ਹੋਣਾ ਚਾਹੀਦਾ ਸੀ 35% ਉੱਤੇ ਹੋਣਾ ਚਾਹੀਦਾ ਸੀ ਉਹ ਉਹਨਾਂ ਅਗਰ ਫੋਰੈਸਟ ਰਵੇ ਦੁਨੀਆ ਵਿੱਚ तो दुनिया में जरा मौसम गर्मी सर्दी सारा ठीक ठाक चलेगा इस वेले असी दुनिया की लकड़ की इन्नी इस्तेमाल की है कुछ पेपर बनाने वास्ते कुछ मकान बनाने वास्ते कुछ कितने कहते यूज वास्ते इस वेले दुनिया की ग्रीन कैनपी सिर्फ 20% तो थले आ चुकी है इस करके दुनिया में जरा वेदर का तपश का बारिश का सारा चेंज हो गया प्लस जिन्होंने थोड़ी जी साइंस पढ़ी उन्होंने पता है एक सब्जेक्ट है फोटोसिंथेसिस ਉਹਨੂੰ ਕਹਿੰਦੇ ਨੇ ਕਿ ਬਈ ਪਲਾਂਟ ਜਿਹੜੇ ਤੇ ਗ੍ਰੀਨ ਦਰਖਤ ਨੇ ਨਾ ਉਹ ਕਾਰਬਨ ਡਾਈਆਕਸਾਈਡ ਲੈਂਦੇ ਨੇ ਕਾਰਬਨ ਡਾਈਆਕਸਾਈਡ ਨਾਲ ਲੈ ਕੇ ਅੰਦਰ ਆਪਣੀ ਰੋਟੀ ਪਾਣੀ ਜਿਹੜਾ ਬਣਾਉਂਦੇ ਨੇ ਫੋਟੋਸਿੰਥੇਸਿਸ ਨਾਲ ਕਰਦੇ ਨੇ ਉਹ ਪ੍ਰੋਸੈਸ ਨੂੰ ਫੋਟੋਸਿੰਥੇਸਿਸ ਕਹਿੰਦੇ ਨੇ ਸਨਲਾਈਟ ਤੇ ਗ੍ਰੀਨ ਤੇ ਕਾਰਬਨ ਡਾਈਆਕਸਾਈਡ ਮਿਲਾ ਕੇ ਤੇ ਆਕਸੀਜਨ ਬਾਹਰ ਸੁੱਟਦੇ ਨੇ ਤਾਂ ਹੀ ਅਸੀਂ ਕਹਿੰਦੇ ਨੇ ਕਿ ਰਾਤੀ ਪੇੜ ਦੇ ਥੱਲੇ ਨਾ ਬੈਠਿਆ ਕਰੋ ਕਿਉਂਕਿ ਆਕਸੀਜਨ ਘੱਟ ਹੁੰਦੀ ਕਾਰਬਨ ਡਾਈਆਕਸਾਈਡ ਜ਼ਿਆਦਾ ਹੁੰਦੀ ਡੇ ਟਾਈਮ ਤੇ ਆਕਸੀਜਨ ਜ਼ਿਆਦਾ ਹੁੰਦੀ ਹੈ ਹੁਣ ਅਸੀਂ ਇਤਨੇ ਪੇੜ ਕੱਟ ਦਿੱਤੇ ਤੇ ਇਹਨਾਂ ਆਕਸੀਜਨ ਦਾ ਵੀ ਅਸੀਂ ਸਪਲਾਈ ਦੁਨੀਆ 'ਚ ਕਮ ਕਰ ਦਿੱਤੀ ਪੋਲਿਊਸ਼ਨ ਵੱਧ ਗਈ ਹੁਣ ਰਫਲੀ ਤੁਸੀਂ ਅਗਰ 40 ਪੇੜ ਉਗਾਓਗੇ ਨਾ ਤੇ 40 ਪੇੜ 50 ਪੇੜ ਸਮਝ ਲਓ ਤੁਸੀਂ 50 ਪੇੜ ਉਗਾਉਂਦੇ ਹੋ ਤੇ 1 ਟਨ ਕਾਰਬਨ ਦਾ ਤੁਸੀਂ ਬਚਤ ਕਰਾਉਂਦੇ ਹੋ ਤੇ ਪੇਪਰ ਉਹ 40 ਹੈਗਾ 50 ਦਰਖਤ ਅਗਰ ਅਸੀਂ ਪਲਾਂਟ ਕਰਦੇ ਹੋ ਤੇ ਤੁਸੀਂ ਸਮਝੋ 1 ਟਨ ਕਾਰਬਨ ਤੁਸੀਂ ਆਸਮਾਨ ਤੋਂ ਪੋਲਿਊਸ਼ਨ ਨੂੰ ਕੱਟ ਕਰ ਦਿੱਤਾ मैं इस साल अनाउंस किया है क्योंकि मैं कि गुरु साहब ने आप करवाया मैं नहीं कुछ करने वाला 18 मार्च में सारी दुनिया में ग्लोबल रिसाइकलिंग दिवस मनाना क्या बात है ये 2017 में शुरू किया सी इस साल 2021 मेरा चौथा ग्लोबल रिसाइकलिंग डे सी ब्रिटिश गवर्नमेंट ने भी इस साल ग्लोबल रिसाइकलिंग डे को रिकोगनाइज करके स्पेशल रिसाइकलिंग कानून अनाउंस किए सी स्कॉटिश गवर्नमेंट ने 60 मिलियन का फंड लॉन्च किया सी ਸਾਊਦੀ ਅਰੇਬੀਆ ਗਵਰਨਮੈਂਟ ਨੇ ਵੀ ਰਿਆਦ ਵਿੱਚ ਪੂਰਾ ਦਿਨ ਦੇ ਸੈਮੀਨਾਰ ਕੀਤੇ ਸੀ ਮੋਰੋਕੋ ਨੇ ਅਨਾਉਂਸ ਕੀਤਾ ਸੀ ਕਿ ਮੋਰੋਕੋ ਵੇਸਟ ਫ੍ਰੀ ਡੇ ਵੇਸਟ ਫ੍ਰੀ ਈਅਰ ਅਨਾਉਂਸ ਕੀਤਾ ਸੀ ਗਲੋਬਲ ਰੀਸਾਈਕਲਿੰਗ ਦਿਵਸ ਦੇ ਉਹਨਾਂ ਕਿਹਾ ਇਸ ਸਾਲ ਅਸੀਂ ਮੋਰੋਕੋ ਵਿੱਚ ਵੇਸਟ ਫ੍ਰੀ ਦਿਵਸ ਮਨਾਉਣਾ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਇੰਡੀਆ ਸਾਊਥ ਅਫਰੀਕਾ ਨਾਈਜੀਰੀਆ ਕੈਮरून ਯੂਗਾਂਡਾ ਸਾਰੀ ਦੁਨੀਆ ਵਿੱਚ ਲੋਕਾਂ ਨੇ ਮਤਲਬ ਇਸ ਚੀਜ਼ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੈਂ ਰਿਅਲਾਈਜ਼ ਕਰ ਰਿਹਾ ਕਿ ਜਦੋਂ ਅਸੀਂ ਰੀਸਾਈਕਲਿੰਗ ਨੂੰ ਇੰਪੋਰਟੈਂਸ ਦੇਵਾਂਗੇ ਤਾਂ ਹੀ ਅਸੀਂ ਆਪਣਾ
ਕਿਹੜੀ ਡੇਟ ਦਾ ਤੁਸੀਂ ਦੱਸਦੇ ਸੀ 18 ਮਾਰਚ ਨੂੰ 18 ਮਾਰਚ ਹਰ ਸਾਲ ਗਲੋਬਲ ਰੀਸਾਈਕਲਿੰਗ ਡੇ ਮਨਾਇਆ ਜਾਂਦਾ ਹੈ। ਅਸਾਂ ਨਾ ਮੈਂ ਇਹਦਾ ਨਾ ਨੋਟ ਕਰ ਲੈਣਾ, ਆਪਾਂ ਇਹਦੇ ਤੇ ਜ਼ਰੂਰ ਟੀਵੀ ਦੇ ਉੱਪਰ ਸ਼ੋਅ ਕਰਾਂਗੇ ਬਿਕੋਜ਼ ਇਟਸ ਵੈਰੀ ਇੰਪੋਰਟੈਂਟ ਡੇ ਉਸ ਦਿਨ ਦਾ। ਜਿਸ ਨੂੰ ਆਪਾਂ ਗੱਲ ਕਰੀਏ ਥੋੜਾ ਬਹੁਤ ਅਸੀਂ ਬਹੁਤ ਡਿਸਕਸ ਕਰ ਚੁੱਕੇ ਹਾਂ ਕਲਾਈਮੇਟ ਚੇਂਜ ਬਾਰੇ। ਹੁਣ ਲੋਕਾਂ ਨੂੰ ਪਤਾ ਨਹੀਂ ਹੈ, ਪਰ ਆਪਣੇ ਲਫ਼ਜ਼ ਦੱਸੋ ਵਾਟ ਇਜ਼ ਕਲਾਈਮੇਟ ਚੇਂਜ। ਅੱਜ ਤੋਂ 50-60 ਸਾਲ ਪਹਿਲੇ ਨਾ ਦੁਨੀਆ ਅਸੀਂ ਗੱਲ ਕਰਦੇ ਸੀ ਕਿ ਓਜ਼ੋਨ ਲੇਅਰ ਦੀ ਗੱਲਾਂ ਕਰਦੇ ਸੀ ਕਿ ਓਜ਼ੋਨ ਲੇਅਰ ਵਿੱਚ ਮੋਰੀ ਹੋ ਗਈ, ਆਸਮਾਨ ਵਿੱਚ ਮੋਰੀ ਹੋ ਗਈ ਤੇ ਓਜ਼ੋਨ ਇਹ ਤੇ ਡਿਪਲੀਸ਼ਨ ਹੋ ਰਿਹਾ ਤੇ ਫਲਾਣਾ ਹੋ ਰਿਹਾ। ਉਹਦੇ ਬਾਅਦ ਅਸੀਂ ਆਗੇ ਗਲੋਬਲ ਵਾਰਮਿੰਗ ਦੇ ਕਿ ਜੀ ਦੁਨੀਆ ਦਾ ਟੈਂਪਰੇਚਰ ਵੱਧ ਰਿਹਾ ਹੈ, ਬੜਾ ਖਤਰਨਾਕ ਹੈ। ਉਹਦੇ ਬਾਅਦ ਇਹਨਾਂ ਸਾਰਿਆਂ ਨੇ ਰਿਅਲਾਈਜ਼ ਕੀਤਾ ਕਿ ਜੋ ਕੁਛ ਹੋ ਰਿਹਾ ਇਵੈਂਚੁਅਲੀ ਸਾਡਾ ਕਲਾਈਮੇਟ ਨਾਲ ਅਸਰ ਹੋ ਰਿਹਾ, ਤੇ ਉਹ ਕਲਾਈਮੇਟ ਨੂੰ ਅਸਰ ਕਰਕੇ ਉਹਨਾਂ ਨੇ ਫਿਰ COP ਕਾਨਫਰੰਸ ਸ਼ੁਰੂ ਕੀਤੀ। ਤੇ COP ਕਾਨਫਰੰਸ ਦੇ ਵਿੱਚ ਮੇਰਾ ਕਿ 190 ਕੁਝ ਕੰਟਰੀਆਂ ਨੇ ਤੇ ਲਾਸਟ ਕੁਝ ਸਾਲ ਪਹਿਲੇ ਪੈਰਿਸ ਵਿੱਚ ਉਹਨੂੰ ਪੈਰਿਸ ਅਕੋਰਡ ਕਹਿੰਦੇ ਨੇ, ਉਹਨਾਂ ਨੇ ਸਾਈਨ ਕੀਤਾ ਸੀ। ਐਕਸਕਲੂਡਿੰਗ ਅਮਰੀਕਾ ਨੇ ਨਹੀਂ ਸੀ ਕੀਤਾ, ਬਾਕੀ ਸਾਰਿਆਂ ਨੇ ਕੀਤਾ ਸੀ ਕਿ ਅਸੀਂ ਹੁਣ ਇਸ ਚੀਜ਼ ਨੂੰ ਸਮਝੀਏ ਕਿ ਅਸੀਂ ਕਿਸ ਤਰ੍ਹਾਂ ਨੈਚੁਰਲ ਚੀਜ਼ਾਂ ਨੂੰ ਨਾ ਯੂਜ਼ ਕਰਕੇ ਹੋਰ ਚੀਜ਼ਾਂ ਨੂੰ ਯੂਜ਼ ਕਰਕੇ ਅਸੀਂ ਬਿਜਲੀ, ਪਾਣੀ ਦੀ ਪ੍ਰੋਡਕਸ਼ਨ, ਪੇਪਰ ਦਾ ਵਰਤੋਂ, ਗੱਡੀਆਂ ਵਿੱਚ ਪੈਟਰੋਲ ਤੇ ਡੀਜ਼ਲ ਦੀ ਜਗ੍ਹਾ ਆਲਟਰਨੇਟਿਵ ਸੋਰਸ ਆਫ ਫਿਊਲ, ਇਹ ਸਾਰਾ ਅਸੀਂ ਕਿਸ ਤਰ੍ਹਾਂ ਕਰੀਏ ਤਾਂ ਕਿ ਅਸੀਂ ਦੁਨੀਆ ਦੀ ਜਿਹੜੀ ਪੋਲਿਊਸ਼ਨ ਹਟਾ ਦਈਏ। ਪੋਲਿਊਸ਼ਨ ਦਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਅਫਰੀਕਾ ਤੋਂ ਮੈਂ ਇੱਥੇ ਆਇਆ ਤੇ ਮੈਨੂੰ ਵੀਜ਼ਾ ਚਾਹੀਦਾ ਸੀ, ਇੰਡੀਆ ਤੋਂ ਬੰਦਾ ਨੂੰ ਵੀਜ਼ਾ ਚਾਹੀਦਾ। ਪੋਲਿਊਸ਼ਨ ਨੂੰ ਇੱਥੋਂ ਇੰਡੀਆ ਜਾਣ ਦਾ ਕੋਈ ਵੀਜ਼ਾ ਨਹੀਂ ਚਾਹੀਦਾ। ਉਹ ਆਸਮਾਨ ਵਿੱਚ ਉਹਦੀ ਉਹ ਆਜ਼ਾਦ ਹੈ, ਜਿੱਥੇ ਮਰਜ਼ੀ ਜਾਏ, ਜਿੱਥੇ ਮਰਜ਼ੀ ਜਾਏ। ਸੋ ਪੋਲਿਊਸ਼ਨ ਡਜ਼ਨਟ ਨੀਡ ਅ ਪਾਸਪੋਰਟ ਔਰ ਅ ਵੀਜ਼ਾ ਟੂ ਟਰੈਵਲ, ਇਜ਼ ਫ੍ਰੀ ਟੂ ਟਰੈਵਲ। ਸੋ ਇਸ ਕਰਕੇ to control the environment of the world is a cumulative effort where everybody has a part to play। हर बंदा छोटा वड्डा बच्चा छोटे तो छोटा पार्ट प्ले करो, बड़े तो वड्डा पार्ट प्ले करो, सारा ने प्ले करना। इस करके इतों फिर इन्हें रिलाइज करना कि ऐसे सारी दुनिया को इकट्ठा करना। सो क्लाइमेट चेंज उठो ਵੀਰ ਜੀ ਕਨਸੈਪਟ ਪੈਦਾ ਹੋਇਆ ਹੈ ਤਾਂ ਕੰਮ ਸਾਰੀ ਦੁਨੀਆ ਦਾ ਨਾ ਜੁਆਇੰਟ ਕੰਮ ਹੈ। ਜਿੱਦਾਂ ਤੁਸੀਂ ਬੜਾ ਐਕਸਪਲੇਨ ਕੀਤਾ, ਉਹਨੂੰ ਵੀਜ਼ਾ ਨਹੀਂ ਚਾਹੀਦਾ, ਉੱਥੇ ਟਰੈਵਲ ਕਰ, ਜਿੱਦਾਂ ਬਿਮਾਰੀ ਟਰੈਵਲ ਕਰ ਗਈ ਉਸ ਤਰ੍ਹਾਂ ਕਰਦੇ COVID-19 ਉਹ ਹਿਸਾਬ ਹੈਗਾ। ਬਿਲਕੁਲ ਹੈਗਾ। तो ਇਸ ਕਰਕੇ ਦੁਨੀਆ ਦਾ ਕਲਾਈਮੇਟ ਚੇਂਜ ਦਾ ਸਭ ਤੋਂ ਵੱਡਾ ਇੱਕ ਹੈਗਾ ਟਾਰਗੇਟ ਕਿ ਦੁਨੀਆ ਦਾ ਟੈਂਪਰੇਚਰ ਵਧ ਰਿਹਾ ਬੜੀ ਤੇਜ਼ੀ ਨਾਲ, ਇਹਨੂੰ 1.5 ਡਿਗਰੀ ਦੇ ਥੱਲੇ ਰੱਖਿਆ ਜਾਏ। 2 ਤੱਕ ਅਗਰ ਵੀ ਐਕਸੈਪਟ ਕਰਿਆ ਜਾਂਦਾ, ਉਸ ਤੋਂ ਬਾਅਦ ਕਹਿੰਦੇ ਨੇ ਦੁਨੀਆ ਦੀ ਤਪਸ਼ ਇਤਨੀ ਵਧ ਜਾਏਗੀ ਕਿ ਕਈ ਮੁਲਕਾਂ ਵਿੱਚ 50 ਡਿਗਰੀ ਤੋਂ ਉੱਤੇ ਟੈਂਪਰੇਚਰ ਚਲਾ ਜਾਏਗਾ ਤੇ ਲੋਕ ਤੇ ਸਿੱਖ ਮਰ ਜਾਣਗੇ, ਜਿੰਦੇ ਮਰ ਜਾਣਗੇ। ਇੰਨੀ ਹਾਈ ਟੈਂਪਰੇਚਰ ਇਸ ਕਰਕੇ ਬੜੀ ਕੋਸ਼ਿਸ਼ ਰੀਨਿਊਏਬਲ એનર્ਜੀ ਹੈ। ਹੁਣ ਉਹ ਕਹਿੰਦੇ ਨੇ ਕਿ ਬਈ ਤੁਸੀਂ ਸੋਲਰ ਪੈਨਲ ਲਗਾਓ ਆਪਣੀ ਕਾਰ ਦੀ ਇਲੈਕਟ੍ਰਿਕ ਪੈਦਾ ਕਰਨ ਵਾਸਤੇ, ਇਲੈਕਟ੍ਰਿਕ ਗੱਡੀਆਂ ਯੂਜ਼ ਕਰੋ, ਹਾਈਬ੍ਰਿਡ ਗੱਡੀਆਂ ਯੂਜ਼ ਕਰੋ। ਹੁਣ ਮਤਲਬ ਇੱਕ ਤੇ ਬੰਦਾ ਕਹਿੰਦਾ ਜੀ ਮੈਂ ਜੀ ਸਭ ਤੋਂ ਵਧੀਆ ਮੈਂ ਮਰਸੀਡੀਜ਼ ਰੱਖਣੀ ਹੈ, ਦੂਜਾ ਬੰਦਾ ਕਹਿੰਦਾ ਨਹੀਂ ਮੈਂ ਹਾਈਬ੍ਰਿਡ ਗੱਡੀ ਰੱਖਾਂਗਾ। ਡਜ਼ਨਟ ਮੈਟਰ ਜੇ S500 ਨਹੀਂ ਬਣੀ ਹਾਈਬ੍ਰਿਡ, ਛੋਟੀ ਮਰਸੀਡੀਜ਼ ਬਣੀ ਤੇ ਮੈਂ ਹਾਈਬ੍ਰਿਡ ਹੀ ਚਲਾਵਾਂਗਾ। ਮੈਂ ਉਹਨੂੰ ਸਲਾਮ ਕਰਾਂਗਾ ਬਨਿਸਬਤ ਸਮਬਡੀ ਹੂ ਇਜ਼ ਟ੍ਰਾਈਂਗ ਟੂ ਜਸਟ ਹੈਵ ਅ ਬਿਗ ਕਾਰ burning fuel, putting pollution। I think we now all have to learn ਕਿ ਕਿਸ ਤਰ੍ਹਾਂ ਅਸੀਂ এনवायरमेंट ਦਾ ਸੋਚੀਏ, ਕਿਸ ਤਰ੍ਹਾਂ ਅਸੀਂ এনवायरमेंट ਦਾ ਭਲਾ ਕਰੀਏ। ਅਸੀਂ ਆਪਣੇ ਕਾਰ 에ਅਰ ਕੰਡੀਸ਼ਨ ਹੈਗਾ, ਅਨਨੈਸੈਸਰੀ 에ਅਰ ਕੰਡੀਸ਼ਨ ਨਾ ਚਲਾਓ, ਲੋਡ ਅਨੁਸਾਰ ਚਲਾਓ, ਬਿਜਲੀ ਨੂੰ ਲੋਡ ਅਨੁਸਾਰ ਯੂਜ਼ ਕਰੋ। ਗੱਡੀਆਂ ਵਿੱਚ ਟਰਾਈ ਟੂ ਸ਼ਿਫਟ ਟੂ ਇਲੈਕਟ੍ਰੀਕਲ ਵਹੀਕਲਸ, ਟਰਾਈ ਟੂ ਸੇ ਕਿ ਜੀ ਮੈਂ ਇਕੱਲਾ ਜਾ ਰਿਹਾ ਪਾਰਟੀ ਤੇ, ਮੇਰਾ ਨੇਬਰ ਵੀ ਜਾ ਰਿਹਾ, ਦੋਨੋਂ ਇਕੱਠੇ ਮਿਲ ਕੇ ਇੱਕ ਗੱਡੀ ਵਿੱਚ ਜਾਓ। ਉਸ ਉਹੀ ਜਰਨੀ ਕਿ ਦੋਨਾਂ ਗੱਡੀਆਂ ਦੇ ਇੱਕ ਗੱਡੀ ਕਰੇਗੀ ਤੇ ਪੋਲਿਊਸ਼ਨ ਘੱਟ ਹੋਏਗਾ। ਇਹ ਮਤਲਬ ਉਹਨੂੰ ਸਾਰੀ ਉਹਨਾਂ ਦੇ ਕਈ ਕਨਸੈਪਟ ਰੀਨਿਊਏਬਲ એનર્ਜੀ ਹੈ। ਉਹ ਜਦੋਂ ਸਮੁੰਦਰ ਦੇ ਦੇਖਦੇ ਹੋ ਕਿ ਬੜੇ ਵੱਡੇ ਪੱਖੇ ਚੱਲਦੇ ਨੇ, ਉਹ એનર્ਜੀ ਪੈਦਾ ਕਰਦੀ ਹੈ ਤਾਂ ਕਿ ਤੁਸੀਂ ਬਾਇਓਫਿਊਲ ਤੋਂ ਨਾ ਬਿਜਲੀ ਪੈਦਾ ਕਰੋ। ਸਟੀਲ ਜਿਹੜਾ ਹੈ ਕਹਿੰਦੇ ਸਟੀਲ ਕੋਕ ਤੋਂ ਨਾ ਬਣਾਇਆ ਜਾ, ਕਿ ਕੋਕ ਬਣਾਉਣਾ ਉਸੇ ਯੂ ਨੀਡ ਕੋਲਾ ਬਾਲਾ ਜਾਣਾ, ਜਿੰਨਾ ਕੋਲਾ ਬਾਲੋਗੇ ਉਹਨਾਂ ਜ਼ਿਆਦਾ ਪੋਲਿਊਸ਼ਨ। ਤੇ ਉਹ ਕਹਿੰਦੇ ਹਾਈਡਰੋਜਨ ਰਿਡਿਊਸਿੰਗ ਮੈਥਡ ਨਾਲ ਸਟੀਲ ਬਣਾਓ। ਉਹ ਕਹਿੰਦੇ ਨੇ ਸਟੀਲ ਸਕ੍ਰੈਪ ਜੋ ਸੀ ਕਬਾੜੇ ਜਿਹਨੂੰ ਕਹਿੰਦੇ ਸੀ, ਉਹ ਪੁਰਾਣਾ ਲੋਹਾ ਲੈ ਕੇ ਉਹਨੂੰ ਪਿਘਲਾ ਕੇ ਨਵਾਂ ਲੋਹਾ ਬਣਾਓ। ਇਹ ਚੀਜ਼ਾਂ ਜੇ ਕਰੋਗੇ ਤੇ ਪੋਲਿਊਸ਼ਨ ਘੱਟ ਹੋਏਗਾ, ਕੋਲ ਦੀ ਖਪਤ ਘੱਟ ਹੋਏਗੀ। ਅੱਗੇ ਜਾ ਕੇ 30-40 ਸਾਲਾਂ ਨੂੰ ਇਹਦਾ ਫਾਇਦਾ ਸਾਨੂੰ ਮਿਲੇਗਾ, ਅੱਜ ਨਹੀਂ ਨਜ਼ਰ ਆਉਂਦਾ। ਇਸ ਕਰਕੇ ਇਹ ਨਾ ਸੋਚੋ ਇਹ ਨਾ ਸੋਚੋ ਮੈਂ ਕੀ ਕਰ ਰਿਹਾ। ਰਣਜੀਤ ਮੇਰਾ ਸਵਾਲ ਸੀਗਾ ਕਿ ਹੁਣ ਮੈਂ ਖੁਦ ਹੀ ਸਵਾਲ ਪੁੱਛ ਕੇ ਖੁਦ ਹੀ ਥੋੜਾ ਜਿਹਾ ਜਵਾਬ ਦੇਣਾ, ਬਾਕੀ ਤੁਸੀਂ ਐਲੈਬੋਰੇਟ ਕਰਦੇ ਹੋ। ਹੁਣ ਸਾਰੀ ਦੁਨੀਆ ਇੱਕ ਤਰ੍ਹਾਂ ਦਾ ਵਰੀਡ ਹੈਗੀ ਹੈ ਕਿ ਇਹਦੇ ਬਾਰੇ ਕੁਝ ਕਰਨਾ ਚਾਹੀਦਾ, ਲਾਈਕ ਤੁਸੀਂ ਅਸੀਂ ਸ਼ੋਅ ਕਰ ਰਹੇ ਇਹਦੇ ਬਾਰੇ ਨਾ ਵੀ ਬਿਕੋਜ਼
ਕ੍ਰਾਈਸਿਸ ਆ ਨਹੀਂ ਰਹੇ, ਅਸੀਂ ਕ੍ਰਾਈਸਿਸ ਆ ਗਏ ਆ, आ गए हैं, बिल्कुल आ गए। ਆ ਗਏ ਹੈ, ਆ ਨਹੀਂ ਰਹੇ, ਆ ਗਏ ਕ੍ਰਾਈਸਿਸ ਵਿੱਚ। ਹੁਣ ਦੁਨੀਆ ਬੜੀ ਵਰੀਡ ਹੋ ਗਈ ਕਿ ਕੁਛ ਨਾ ਕੁਛ ਅਸੀਂ ਸ਼ੋਅ ਕਰਦੇ ਆ, ਜਿਵੇਂ ਉਹਨਾਂ ਨੇ ਬੁੱਕ ਲਿਖੀ ਹੈ ਬੜਾ ਹੋਰ ਕਰ ਰਹੇ ਨੇ, ਸਾਰੀ ਦੁਨੀਆ ਦਾ ਗਲੋਬਲੀ ਕਰ ਰਹੇ ਨੇ। ਅਸੀਂ ਇੱਦਾਂ ਦੇ ਹਰ ਕੰਮ ਇੰਨੀ ਲੇਟ ਕਿਉਂ, ਵਾਈ ਡਿਡ ਵੀ ਡੂ ਈਅਰਸ ਅਗੋ? ਕਿਉਂਕਿ ਇਹ ਕਿਹੜਾ ਆਲ ਆਫ ਸਡਨ ਹੋਇਆ, ਇਹ ਜੋ ਵੀ ਹੁਣ ਹੋ ਰਿਹਾ ਨੂੰ ਵੀ ਤਾਂ ਬੜੇ ਸਾਲ ਲੱਗੇ ਨੇ। ਇਹਦੀ ਪ੍ਰੋਬਲਮ ਪਤਾ ਕੀ ਹੈ ਕਿ ਜਦ ਤੱਕ ਤੁਸੀਂ ਸਿਸਟਮ ਨੂੰ ਅਬਿਊਜ਼ ਨਹੀਂ ਕੀਤਾ, ਤੁਹਾਨੂੰ ਯਾਦ ਹੋਣਾ 1950 ਵਿੱਚ ਇੱਥੇ ਕਿੰਨਾ ਫੋਗ ਹੁੰਦਾ ਸੀਗਾ। ਉਹ ਜਦੋਂ ਸ਼ੁਰੂ 'ਚ ਫੋਗ ਹੁੰਦਾ ਸੀ, ਉਹ ਕਿਉਂਕਿ ਕੋਲਾ ਬੜਾ ਜਲਦਾ ਸੀ ਇੱਥੇ। Actually, one thing I learned, very important, ਕਿ I don't know if I'm right, please correct me, ਜਿੰਨਾ pollution ਹੁੰਦਾ ਉਹਦੇ ਕਰਕੇ fog ਜ਼ਿਆਦਾ ਹੁੰਦੀ ਹੈ। Exactly, that's what I said. We Right, were no? using a lot of coal. ਹਾਂ, ਹੁਣ ਪਰ ਵੱਡੀ ਗੱਲ ਹੈ, ਜਦੋਂ ਅਸੀਂ ਨਾ ਜਦੋਂ ਮੈਂ ਦਮਨ ਮੈਂ ਇੱਥੇ UK 'ਚ ਆਏ ਸੀ, ਬੜੇ 70 ਦੀ ਗੱਲਾਂ ਹੈਗੀਆਂ, ਉਦੋਂ fog ਬੜੀ ਹੁੰਦੀ ਬਹੁਤ ਸੀਗੀ। ਹੁੰਦੀ ਸੀ, exactly. And I used to love fog. ਉਹਦਾ ਨਾ ਮਜ਼ਾ ਹੀ ਕੁਛ ਹੋਰ ਸੀਗਾ। Exactly. ਲੇਕਿਨ ਉਹ fog ਕਿਉਂ ਹੁੰਦੀ ਹੈ ਤੁਸੀਂ ਸੋਚੋ, pollution ਤੋਂ ਹੁੰਦੀ ਹੈ, Pollution from the coal. which is a ਬਿਮਾਰੀ ਦਾ ਘਰ ਸਾਰਾ ਹੀ। Exactly. So what I'm saying, so we have learned from there. So now the question is, why have we come too late? Because awareness too late आई है। ਅੱਜ ਵੀ ਵੀਰ ਜੀ, ਅੱਜ ਵੀ ਤੁਸੀਂ ਜੋ ਸ਼ੁਰੂ ਵਿੱਚ ਕਿਹਾ ਕਿ this is the last time we can do it, otherwise it's too late. Last generation। Yeah, the reason is education ਨਹੀਂ ਹੈ ਵੀਰ ਜੀ, global awareness ਭਾਜੀ ਨਹੀਂ ਹੈ। ਮੈਂ ਤੁਹਾਨੂੰ ਦੱਸ ਦੇਣਾ, ਜਿੱਦਾਂ ਤੁਸੀਂ ਕਹਿੰਦੇ ਹੋ ਕਿ ਲਾਸਟ ਜਨਰੇਸ਼ਨ, ਭਾਜੀ ਆਪਣੀ ਬੇਸ ਦੇ ਬੰਦੇ ਹੈਗੇ ਨੇ, ਉਹਨੂੰ 30 ਸਾਲ ਲੱਗਣਾ ਚੇਂਜ ਹੋਣ ਨੂੰ। Exactly. 30 ਸਾਲ ਤੋਂ ਬਾਅਦ ਆਪਾਂ ਬੰਦਾ ਕਿਹੜਾ ਕੋਈ ਹੁੰਦਾ ਸੀ ਉਮਰ ਦਾ ਉੱਥੇ, ਬੜੀ ਕਿਸਮਤ ਵਾਲਾ ਹੋਏਗਾ ਜਿਹੜਾ ਜੀਏਗਾ। ਫਿਰ ਦੂਜੀ ਜਨਰੇਸ਼ਨ ਤੇ ਫਿਰ ਚਾਂਸ ਨਹੀਂ ਹੋਗਾ ਜਦ ਤੱਕ ਤਾਂ ਵਰਲਡ ਅਸੀਂ ਕ੍ਰਾਈਸਿਸ ਖਰਾਬ ਕਰ ਚੁੱਕੇ ਹਾਂ। ਪਰ ਵੀਰ ਜੀ ਤੁਸੀਂ ਇਹ ਨਾ ਸੋਚੋ, ਤੁਸੀਂ ਇਹ ਸੋਚੋ ਇੱਕ ਬੰਦਾ ਕਹਿੰਦਾ ਮੈਂ ਆਪਣੇ ਬੱਚੇ ਵਾਸਤੇ 6 ਮਕਾਨ ਛੋੜ ਜਾਣਾ ਹੈ, ਮੈਂ ਆਪਣੇ ਪੋਤਰੇ ਵਾਸਤੇ ਫਲਾਣਾ ਛੋੜ ਜਾਣਾ। ਬਿਲਕੁਲ ਬਿਲकुल। ਤੁਸੀਂ ਇਹ ਵੀ ਸੋਚੋ ਕਿ ਮੇਰੇ ਪੋਤਰੇ ਵਾਸਤੇ अच्छा एनवायरनमेंट, ग्रीन एनवायरनमेंट छोड़ जाना, ताकि जे एनवायरनमेंट ठीक रहा, तपश ज़्यादा ना होए, फ्लड ना होए, ताई तो जब तुम बाकी जायदादा छोड़ जाओगे ताई वो आनंद करेंगे बच्चे। ਇਹ ਜ਼ਿਆਦਾ ਤੀ ਇੱਕ ਤਰ੍ਹਾਂ ਦੀ ਹੈ, हाँ, ये बहुत बड़ी जायदाद है। ਲਾਈਫ ਦੇ ਕੇ ਜਾ ਰਹੇ ਹੋ ਬੱਚੇ ਨੂੰ जे ਯਾਰ। तुम एनवायरनमेंट ही बच्चे का खराब कर देता तो पैसे नु की करेगा? ਭਾਜੀ ਬਿਮਾਰੀਆਂ ਦਾ ਘਰ। बीमार ये ਵੀਰ ਜੀ मैं तुहानू दसना चाहता सी, मैं एक लॉन्च करना चाहता इस साल कोविड तो बाद अफ्रीका वाला, अफ्रीका ਨੂੰ ਗ੍ਰੀਨ ਕਰਨ ਦਾ ਮੇਰਾ ਇੱਕ ਮਿਸ਼ਨ ਮੈਂ ਲਾਂਚ ਕਰ ਰਿਹਾ, ਔਰ ਕੁਝ ਮਹੀਨਿਆਂ ਤੱਕ ਜਿਹੜਾ ਕੋਵਿਡ ਖਤਮ ਹੋ 2030 ਦਾ ਤੁਝਾ ਵਿਜ਼ਨ ਹੈ? ਵਿਜ਼ਨ ਫॉर ਅਫਰੀਕਾ, 2030 ਵਿਜ਼ਨ ਫॉर ਅਫਰੀਕਾ। ਬਤਾ ਮਤਲਬ ਥੋੜਾ ਇਸ ਮੈਂ ਬਲ 8 ਤੁਹਾਡੀ ਗੱਲ ਹੈ ਨਾ, 8 ਡੈਕੇਡ ਹੈ ਨਾ ਵੀਰ ਜੀ। ਅੱਜ ਜੋ 8 ਡੈਕੇਡ ਵਿੱਚ ਇਹ 10 ਸਾਲ ਵਿੱਚ ਸੁਧਾਰ ਕਰ ਪਾਵਾਂਗੇ ਉਹ ਬਹੁਤ ਜ਼ਰੂਰੀ ਹੈ। ਉਹਨੇ 2030 ਦਾ ਮੈਂ ਤਾਂ ਸੋਚਿਆ ਕਿਉਂਕਿ ਇਸ ਵੇਲੇ ਦੁਨੀਆ ਦੇ ਸਭ ਤੋਂ ਬਿਗੇਸਟ ਗਰੋਥ ਆਫ ਯੰਗ ਬੱਚੇ, ਜਿਹਨੂੰ ਅਸੀਂ 18 ਸਾਲ ਦੇ ਬੱਚੇ ਕਹਿੰਦੇ, ਜਿਹੜੇ ਹਿਊਮਨ ਰਿਸੋਰਸ ਕੈਪੀਟਲ ਵਿੱਚ ਆ ਜਾਂਦੇ ਨੇ, ਇਸ ਵੇਲੇ ਅਫਰੀਕਾ ਇਜ਼ ਦੀ ਓਨਲੀ ਕੰਟੀਨੈਂਟ ਇਨ ਦਾ ਵਰਲਡ 10 to 15 ਮਿਲੀਅਨ ਯੰਗ ਬੱਚਾ ਹਰ ਸਾਲ is coming out into labor force। 10 to 15 ਮਿਲੀਅਨ। ਅਫਰੀਕਾ ਦੀ ਪੋਪੂਲੇਸ਼ਨ 1 ਬਿਲੀਅਨ ਹੈ, 2030 ਤੱਕ 2 ਬਿਲੀਅਨ ਹੋ ਜਾਏਗੀ, ਔਰ ਉਹਦੇ ਵਿੱਚੋਂ 10 ਮਿਲੀਅਨ ਬੱਚਾ ਪੜ੍ਹਿਆ ਲਿਖਿਆ 18 ਸਾਲ ਦਾ ਤਿਆਰ ਹੋਏਗਾ, ਤੇ ਅਗਲੇ 10 ਸਾਲਾਂ ਵਿੱਚ 100 to 150 ਮਿਲੀਅਨ ਯੂਥ ਤਿਆਰ ਹੋ ਜਾਏਗਾ। ਉਹਨਾਂ ਯੂਥ ਨੂੰ ਅਗਰ एनवायरनमेंट बेकार हो गया तो अफ्रीका छोड़ के कितने जाएंगे? ग्लोबल माइग्रेशन इशू बन जाएगी, बिल्कुल जोग्राफिकल प्रॉब्लम्स हो जाएंगे, डेमोग्राफिक इशू हो जाएंगे। तो मैं सारा इस चीज़ को 10-15 साल आगे सोच के, सो आई थिंक इट इज़ वेरी इंपॉर्टेंट, आई एम ट्राइंग टू प्ले माई लिटिल पार्ट once COVID is over to try to bring increase awareness in Africa, make Africa green, sustainable, so the youth of Africa can find better opportunities within Africa and we share best practices। जो मैनू पता है उन्होंने शेयर करो। वो कहते ने अगर व्हील इन्वेंट हो गया, मैं वक्त ना ज़ाया करा वापस व्हील इन्वेंट करा उससे, मैं आगे चला। जो हो चुका है उन्होंने सीख के आगे जाओ, आगे चलो। सो ये ਅੱਜ ਬੜਾ ਇੰਟਰਸਟਿੰਗ ਹੈ ਕਿ ਮੈਂ ਸਵਾਲ ਪੁੱਛਦਾ ਨਾਲ ਹੀ ਮੈਂ ਜਵਾਬ ਦੇਣਾ, ਫਿਰ ਰਣਜੀਤ ਸਿੰਘ ਨੂੰ ਰਿਲੈਬੋਰੇਟ ਕਰ ਦਿੰਦੇ ਨੇ। ਮੈਂ ਲਿਖਿਆ ਹਾਊ ਡਿਡ ਵੀ ਡਿਸਟਰੋਏ, ਜਿਹੜਾ ਕਲਾਈਮੇਟ ਅੱਛੇ ਡਿਸਟਰੋਏ ਕੀਤਾ ਨਾ, Quite right। ਇਹ ਹਿਊਮਨ ਦਾ ਕੰਮ ਹੈਗਾ, ਬੰਦਿਆਂ ਨੇ ਕੀਤਾ, abusing। ਇਹ ਰੱਬ ਵੱਲੋਂ ਨਹੀਂ ਹੋਇਆ, ਅਸੀਂ ਆਦਮੀਆਂ ਨੇ ਧਰਤੀ ਜਾਣ ਕੇ ਖਰਾਬ ਕੀਤਾ। ਭਾਜੀ ਜਦੋਂ ਇੱਥੇ ਲੋਕ ਆਏ, ਥੋੜ੍ਹੇ ਬਹੁਤੇ ਸੈਟ ਹੋਏ, ਮਕਾਨ ਵਗੈਰਾ ਲਿੱਤੇ, ਤੇ ਇਮੀਡੀਏਟਲੀ ਫਰੰਟ ਗਾਰਡਨ ਪੱਕਾ ਕਰਤਾ, बिल्कुल ग्रीन खत्म कर दिया। ਸਾਰਾ ਗ੍ਰੀਨ ਖਤਮ ਕਰਤਾ ਜੀ। ਅਸੀਂ ਤਾਂ ਸਾਡੇ 4 ਕਾਰਾਂ ਖੜੀਆਂ ਹੋ ਜਾਂਦੀਆਂ ਨੇ, 3-3 4-4 ਕਾਰਾਂ ਹੋ ਗਈਆਂ ਫੈਮਿਲੀ ਦੇ ਵਿੱਚ। ਭਾਜੀ ਉਹਨਾਂ ਨੇ ਨਾ ਅੱਗੇ ਨਾ ਪਿੱਛੇ ਇੱਕ ਦਰਖਤ ਨਹੀਂ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ ਨਾ। ਉਹ ਜਿਹੜੇ ਦਰਖਤ ਤੁਸੀਂ ਇੱਕ ਪਾਸੇ ਤੁਸੀਂ ਪ੍ਰਮੋਟ ਕਰਦੇ ਹੋ
कि 100,000 मैं दरख्त लगा रहा, मैं 50,000 लगा रहा, ਪਿੱਛੇ ਜੇ ਹਰ ਸਾਲ ਆਪਣੇ ਸਿੱਖਾਂ ਨੇ ਬੜਾ ਹਾਂਜੀ, ਕੰਮ ਕੀਤਾ ਡਿਫਰੈਂਟ ਬੋਰੋ ਦੇ ਵਿੱਚ, ਉਹ ਤੁਸੀਂ ਘਰਾਂ ਦੇ ਵਿੱਚ ਕੱਟੀ ਜਾ ਰਹੇ ਹੋ। ਜੀ ਮੈਂ ਦੱਸਣਾ ਕਿ ਦੁਨੀਆ ਦੀ ਗ੍ਰੀਨ ਕੈਨਪੀ ਅੱਜ 25% 20% ਉੱਥੇ ਲਿਆ ਚੁੱਕੀ ਹੈ, ਔਰ ਜਿਸ ਸਪੀਡ ਨਾਲ ਪੋਪੂਲੇਸ਼ਨ ਵਧ ਰਹੀ ਹੈ, ਜਿਸ ਸਪੀਡ ਨਾਲ ਮਕਾਨ ਨੇ ਬਣਨਾ, ਲੈਂਡ ਸਾਨੂੰ ਚਾਹੀਦਾ, ਅਸੀਂ ਦਰਖਤ ਕੱਟੀ ਜਾਵਾਂਗੇ, the amount of green canopy will go down, climate change will become a climate crisis। ਕਲਾਈਮੇਟ ਚੇਂਜ ਦੀ ਗੱਲ ਖਤਮ, ਕਲਾਈਮੇਟ ਕ੍ਰਾਈਸਿਸ ਹੋ ਜਾਏਗਾ। ਉਹ ਕ੍ਰਾਈਸਿਸ ਵਿੱਚੋਂ ਕਿਸ ਤਰ੍ਹਾਂ ਨਿਕਲਾਂਗੇ? ਆਈ ਐਮ ਵੈਰੀ ਫਰਾਈਟਨ ਟੂ ਥਿੰਕ, ਜੋ ਤੁਸੀਂ ਕਿਹਾ ਕਿ 30 ਸਾਲਾਂ ਬਾਅਦ ਕਿਸ ਹਾਲਤ ਦੀ ਦੁਨੀਆ ਹੋਏਗੀ, ਆਈ ਐਮ ਵੈਰੀ ਡਿਫਿਕਲਟ ਟੂ ਫਾਈਂਡ ਐਨ ਆਂਸਰ ਟੂਡੇ। ਕਿਉਂਕਿ ਜਦ ਤੱਕ ਅਸੀਂ ਸਾਰੇ ਇਸ ਟੂ ਥੈਂਕ ਯੂ ਟੂ ਸਿੱਖ ਚੈਨਲ, ਅਕਾਲ ਚੈਨਲ, ਥੈਂਕ ਯੂ ਟੂ ਯੂ ਵੀਰ ਜੀ ਕਿ ਤੁਸੀਂ ਇਸ ਚੀਜ਼ ਨੂੰ ਇੰਨਾ ਇੰਪੋਰਟੈਂਟ ਸਮਝਿਆ ਕਿ ਤੁਸੀਂ ਮੈਨੂੰ ਛੋਟੇ ਜਿਹੇ ਬੰਦੇ ਨੂੰ ਮੌਕਾ ਦਿੱਤਾ ਕਿ ਮੈਂ ਵੀ ਤੁਹਾਡੇ ਨਾਲ ਬੈਠਾ। ਬਟ ਇਟਸ ਸੱਚ ਐਨ ਇੰਪੋਰਟੈਂਟ ਟੌਪਿਕ, ਸੱਚ ਐਨ ਇੰਪੋਰਟੈਂਟ ਟੌਪਿਕ। ਤੁਸੀਂ ਗੱਲਾਂ ਤੋਂ ਪਤਾ ਲੱਗਦਾ ਇਨਸਾਨ ਨੇ ਕਿ ਤੁਸੀਂ ਕਿੰਨਾ ਹਾਰਡ ਵਰਕ ਕੀਤਾ, ਇਹਦੇ ਵਿੱਚ ਤੁਸੀਂ ਕਿੰਨਾ ਨੌਲੇਜ ਤੁਸੀਂ ਕੈਰੀ ਕਰਦੇ ਹੋ। ਜਿਹੜਾ ਇਨਸਾਨ ਬੈਠ ਕੇ ਇੱਕ ਟੌਪਿਕ ਤੇ ਗੱਲ ਕਰਦਾ, ਫੈਕਟ ਐਂਡ ਫਿਗਰ ਦਿੰਦਾ ਪਿਆ, ਪੁਰਾਣੇ ਹੁੰਦੇ ਤੇ ਅਗਲੇ 30 ਸਾਲਾਂ ਤੇ, ਇਹਦੋਂ ਜਾਸਤੀ ਬੰਦੇ ਨੂੰ ਤੁਸੀਂ ਕਿਸ ਤਰ੍ਹਾਂ ਸਮਝਾ ਸਕਦੇ ਹੋ? ਮੈਂ ਓਨੈਸਟਲੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਦੇਖੋ, ਕੋਸ਼ਿਸ਼ ਹਰ ਦਫਾ ਹੁੰਦੀ ਕੋਈ ਨਾ ਕੋਈ ਅੱਛਾ ਇੰਟਰਸਟਿੰਗ ਲੈ ਕੇ ਆਈਏ। ਦਿਸ ਇਜ਼ ਅ ਵੇਕਨਿੰਗ ਕਾਲ ਹੈਗਾ ਹੈ। ਅਗਰ ਤੁਸੀਂ ਨਹੀਂ ਉੱਠੋਗੇ, ਓਨੈਸਟਲੀ ਕਹਿੰਦਾ, ਤੁਸੀਂ ਆਪਣੇ ਬੱਚੇ ਦਾ ਬੇਸ਼ ਬਣਾ ਕੇ ਨਹੀਂ ਜਾਓਗੇ। ਅਗਰ ਪੈਸੇ ਛੱਡ ਕੇ ਜਾਓਗੇ, ਮਕਾਨ ਛੱਡ ਕੇ ਜਾਓਗੇ, ਉਹ ਤਾਂ ਹੀ ਕੰਮ ਆਉਣਗੇ ਜੇ ਤੁਸੀਂ ਧਰਤੀ ਅੱਛੀ ਛੱਡ ਕੇ ਗਏ ਹੋ। ਵੀਰ ਜੀ, ਮੈਂ ਤੇ ਮੇਰੀ ਕਿਤਾਬ ਵਿੱਚ ਮੈਂ ਇਹ ਵੀ ਲਿਖਿਆ ਹੈ, ਮੈਂ ਫੋਰਕਾਸਟ ਕਰ ਰਿਹਾ ਕਿ ਅਗਲੇ 20 ਸਾਲ ਵਿੱਚ ਕਾਉਂਸਲ ਟੈਕਸ ਖਤਮ ਹੋ ਜਾਏਗਾ। ਮੇਰਾ ਵਿਜ਼ਨ ਹੈ ਹਰ ਬੰਦੇ ਨੂੰ ਕਾਰਬਨ ਟੈਕਸ ਲੱਗੇਗਾ ਕਿ ਤੁਸੀਂ ਕਿੰਨਾ ਪੋਲਿਊਸ਼ਨ ਪੈਦਾ ਕਰਦੇ ਹੋ, ਉਹਨਾਂ ਕੁ ਤੁਹਾਨੂੰ ਜੁਰਮਾਨਾ ਲੱਗੇਗਾ। ਕਿਉਂਕਿ ਕਾਉਂਸਲ ਟੈਕਸ ਇਕੁਅਲ ਹੈ ਨਾ ਜੀ। ਜੇ ਤੁਹਾਡੇ ਕੋਲ 1 ਮਿਲੀਅਨ ਦਾ ਮਕਾਨ ਹੈ, ਦੂਜੇ ਕੋਲ 8 ਲੱਖ ਦਾ ਮਕਾਨ ਹੈ, ਕਿਸੇ ਕੋਲ 6 ਲੱਖ ਦਾ, ਤੁਹਾਡੇ ਸਾਰੇ ਦੇ ਕਾਉਂਸਲ ਟੈਕਸ ਬਰਾਬਰ ਕਿਉਂ ਬਈ? ਇੱਕ ਬੈਂਡ ਵਿੱਚ ਆ ਕੇ ਤੁਸੀਂ ਹੁਣ ਮੇਰੀ ਰੀਡਿੰਗ ਹੈ ਕਿ ਅੱਗੇ ਜਾ ਕੇ ਪੋਲਿਊਸ਼ਨ ਨੇ ਇਤਨਾ ਵੱਧ ਜਾਣਾ ਦੁਨੀਆ ਵਿੱਚ ਕਿ ਲੋਕਾਂ ਨੂੰ ਕਾਰਬਨ ਐਬਿਊਜ਼ ਕਰਨ ਵਾਸਤੇ ਕਾਰਬਨ ਟੈਕਸ ਲੱਗੇਗਾ। ਮਤਲਬ ਕਿ ਜੇ ਮੈਂ ਹਵਾਈ ਜਹਾਜ਼ ਵਿੱਚ ਜਾ ਰਿਹਾ ਲੰਡਨ ਟੂ ਬਰਮਿੰਗਮ ਜਾਂ ਲੰਡਨ ਟੂ ਗਲਾਸਗੋ ਇੰਸਟੈਡ ਆਫ ਗੋਇੰਗ ਬਾਈ ਟ੍ਰੇਨ, ਮੈਨੂੰ ਮੈਨੂੰ ਟੈਕਸ ਜ਼ਿਆਦਾ ਲੱਗੇਗਾ। ਬਿਲਕੁਲ। ਜੇ ਮੈਂ ਆਪਣੇ ਕਾਰ 에ਅਰ ਕੰਡੀਸ਼ਨ ਰੱਖੀ ਹਨ, ਆਪਣੇ ਬੈਡਰੂਮ 에ਅਰ ਕੰਡੀਸ਼ਨ ਹੈਗੇ ਅਤੇ ਮੇਰਾ ਨੇਬਰ ਵਿਚਾਰਾ ਖਿੜਕੀ ਖੋਲ੍ਹ ਕੇ ਸੌਂਦਾ ਹੈ, ਮੈਨੂੰ ਜ਼ਿਆਦਾ ਟੈਕਸ ਲੱਗੇਗਾ ਕਿਉਂਕਿ ਮੈਂ ਪੋਲਿਊਸ਼ਨ ਕ੍ਰੀਏਟ ਕਰ ਰਿਹਾ। ਉਹ ਪੋਲਿਊਸ਼ਨ ਨੂੰ ਬਚਾ ਰਿਹਾ, ਉਹ ਬਿਜਲੀ ਨਹੀਂ ਫੂਕ ਰਿਹਾ, ਮੈਂ ਪੋਲਿਊਸ਼ਨ। ਸੋ ਆਈ ਥਿੰਕ ਐਵਰੀ ਪਰਸਨ, ਅਗਰ ਮੈਂ ਸੋਚਦਾ ਆਪਣੇ ਹਿਸਾਬ ਨਾਲ 15-20 ਸਾਲਾਂ ਬਾਅਦ, ਆਈ ਐਮ ਨੋਟ ਸੇਇੰਗ ਆਈ ਐਮ ਰਾਈਟ, ਬਟ ਆਈ ਕੈਨ ਇਮੈਜਿਨ ਦ ਵਰਲਡ ਵਿਲ ਸਟਾਰਟ ਥਿੰਕਿੰਗ ਕੰਸਟਰਕਟਿਵਲੀ ਕਿ ਇਹਨੂੰ ਕੱਟ ਕਰਨ ਵਾਸਤੇ ਬੰਦੇ ਨੂੰ ਕੰਟਰੋਲ ਕਰੋ। ਐਜ਼ ਯੂ ਵੈਰੀ ਰਾਈਟਲੀ ਸੈਡ, ਵੀ ਆਰ ਰਿਸਪੋਂਸਿਬਲ, ਅਤੇ ਵੀ ਨੂੰ ਕੰਟਰੋਲ ਕਰਨ ਵਾਸਤੇ ਉਹਨਾਂ 'ਤੇ ਟੈਕਸ ਲਗਾਓ। ਭਾਜੀ ਹੁਣ ਐਟ ਦ ਮੋਮੈਂਟ ਕਿ ਜਿਹੜੇ ਡੀਜ਼ਲ ਕਾਰਾਂ ਹੈਗੇ ਨੇ 2015 ਤੋਂ ਸੈਪਟੈਂਬਰ ਤੋਂ ਪਹਿਲਾਂ ਦੇ ਕਾਂਟ ਗੋ ਇਨਟੂ ਲੰਡਨ ਇਮਰਸ਼ਨ ਚਾਰਜ ਲੱਗਦਾ। ਐਗਜ਼ੈਕਟਲੀ, ਬਿਲਕੁਲ। ਹੁਣ ਇਹਨਾਂ ਨੇ ਬਾਤ 2030 ਤੱਕ ਮੈਨੂੰ ਲੱਗਦਾ ਕਿ ਦੇ ਥਿੰਕਿੰਗ ਕਿ ਪੈਟਰੋਲ ਕਾਰਾਂ ਬਿਲਕੁਲ ਹੀ ਬੰਦ ਕਰ ਦੇਣੀਆਂ ਕਿ ਇਲੈਕਟ੍ਰਿਕ ਕਾਰਾਂ ਨਿਕਲ ਜਾਣਗੀਆਂ। ਦੇ ਆਰ ਸਪੋਰਟਿੰਗ ਦੈਟ ਔਰ ਐਨਕਰੇਜ ਕਰਦੇ ਲੋਕਾਂ ਨੂੰ। ਭਾਜੀ ਅਸੀਂ ਬਹੁਤ ਕੁਝ ਦੱਸ ਸਕਿਆ, ਲੇਕਿਨ ਨਾ ਟੂ ਬ੍ਰਿੰਗ ਦ ਚੇਂਜ ਜੋ ਸਾਡੇ ਲੋਕ ਵਰਲਡ ਵਾਈਡ ਅਕਾਲ ਚੰਦ ਨਾਲ ਜੁੜ ਕੇ ਦੇਖਦੇ ਨੇ, ਵਾਟ ਕੈਨ ਬੀ ਡਨ ਕੁਇਕ? ਕਿੱਥੋਂ ਲੋਕ ਸਟਾਰਟ ਕਰਨ ਤਾਂ ਕਿ ਛੋਟੀ ਜਿਹੀ ਮਦਦ ਫਿਰ ਵੱਡੀ ਬਣ ਜਾਵੇ? ਸਰ ਮੈਂ ਤਾਂ ਇੱਕ ਮੇਰੀ ਤਾਂ ਸਾਰਿਆਂ ਨੂੰ ਇੱਕੋ ਹੀ ਹੱਥ ਜੋੜ ਕੇ ਮੇਰੀ ਬੇਨਤੀ ਸਾਰਿਆਂ ਨੂੰ ਹੁੰਦੀ ਹੈ ਕਿ ਬਈ ਤੁਸੀਂ ਆਪਣੇ ਆਪ ਨੂੰ ਇੱਕ ਬੜਾ ਛੋਟਾ ਜਿਹਾ ਦੁਨੀਆ ਦਾ ਐਂਬੈਸਡਰ ਸਮਝੋ। ਹਰ ਬੰਦਾ ਐਂਬੈਸਡਰ ਹੈਗਾ, ਗ੍ਰੀਨ ਐਂਬੈਸਡਰ। ਸਾਡੇ ਸਾਰਿਆਂ ਦੇ ਮੱਥੇ ਉੱਤੇ ਲਿਖਿਆ ਗ੍ਰੀਨ ਐਂਬੈਸਡਰ ਕਿ ਮੈਂ ਐਜ਼ ਐਨ ਐਂਬੈਸਡਰ ਕੀ ਕਰਾਂ। ਛੋਟੇ ਤੋਂ ਛੋਟਾ ਕੰਮ ਕਰੋ। ਅਗਰ ਮੈਂ ਫੋਰ ਐਗਜ਼ਾਮਪਲ ਕਈ ਟੈਲੀਫੋਨ ਹੈਗੇ, ਇਲੈਕਟ੍ਰੋਨਿਕ ਵੇਸਟ ਇਸ ਵੇਲੇ ਦੁਨੀਆ 'ਚ ਬਹੁਤ ਬਿਗ ਪ੍ਰੋਬਲਮ ਹੈਗਾ। 63 ਬਿਲੀਅਨ ਆਫ ਇਲੈਕਟ੍ਰੋਨਿਕ ਮਟੀਰੀਅਲ ਇਜ਼ ਵੇਸਟਡ ਐਵਰੀ ਈਅਰ। 63 ਬਿਲੀਅਨ ਵੈਲਿਊ ਦਾ ਡਾਲਰ ਦਾ। ਕਿਉਂਕਿ ਇੱਕ ਟੈਲੀਫੋਨ ਆਉਂਦਾ, ਉਹਦੇ ਵਿੱਚ ਗੋਲਡ ਹੈ, ਪਲੈਟੀਨਮ ਹੈ, ਸਿਲਵਰ ਹੈ, ਉਹ ਸੁੱਟ ਦਿੰਦੇ ਆ। ਹੁਣ ਮੈਂ ਕਿਤਾਬ ਵਿੱਚ ਲਿਖ ਰਿਹਾ ਕਿ 4G to 5G ਬਣਾਉਣ ਵਾਲਾ ਤੇ ਬੜਾ ਇੰਟਰਸਟਿਡ ਹੈਗਾ, ਮੈਂ ਨਵੀਂ ਟੈਕਨੋਲੋਜੀ ਪੈਦਾ ਕਰ ਰਿਹਾ। ਲੇਕਿਨ ਉਸ ਬੰਦੇ ਨੂੰ ਇਹਦਾ ਰੱਤੀ ਵੀ ਚਿੰਤਾ ਨਹੀਂ ਹੈਗੀ ਕਿ ਮੇਰਾ ਬੱਚਾ, ਮੇਰਾ ਬੇਟਾ ਜਾਂ ਬੇਟੀ ਫੋਨ ਚੱਕ ਕੇ 4G ਦਾ ਸੁੱਟੇਗਾ ਬਿਨ ਵਿੱਚ, ਕਹੇਗਾ ਪਾਪਾ 5G ਦਾ ਫੋਨ ਲਿਆ। ਉਹ 4G ਦਾ ਬਿਨ ਸੁੱਟੇਗਾ, ਉਹਦੇ 'ਚ ਗੋਲਡ ਵੀ ਹੈ, ਪਲੈਟੀਨਮ ਹੈ, ਸਿਲਵਰ ਵੀ ਹੈ, ਉਹਦਾ ਰੀਸਾਈਕਲਿੰਗ ਦਾ ਕੋਈ ਕਿਸੇ ਨੂੰ ਹੋਸ਼ ਨਹੀਂ, ਬਸ ਸੁੱਟ ਦਿਓ। ਤੋ ਜਦ ਤੱਕ ਅਸੀਂ ਇਹ ਬੜੀਆਂ ਰੇਅਰ ਅਰਥ ਮੈਟਲਸ ਹੈਗੀਆਂ, ਬੜੀ ਐਕਸਪੈਂਸਿਵ ਮੈਟਲਸ ਹੈਗੀਆਂ, ਸੋਨਾ, ਪਲੈਟੀਨਮ, ਇਹਨਾਂ ਨੂੰ ਨਹੀਂ ਸਾਂਭਾਂਗੇ, ਇਹਨਾਂ ਦਾ ਰੀਸਾਈਕਲਿੰਗ ਨਹੀਂ ਕਰਾਂਗੇ, ਤਾਂ ਇਸ ਕਰਕੇ ਮੈਂ ਇੱਧਰ
ਟੈਲੀਫੋਨ ਦਾ ਇੱਕ ਐਗਜ਼ਾਮਪਲ ਦਿੱਤਾ ਹੈ ਕਿ ਬਈ ਤੁਸੀਂ ਹਰ ਚੀਜ਼ ਨੂੰ ਸੁੱਟਣ ਤੋਂ ਪਹਿਲੇ ਸੋਚੋ ਕਿ ਬਈ ਮੈਂ ਇਹਦੀ ਰੀਅਲੀ ਅਜੇ ਹੋਰ ਵਰਤੋਂ ਕਰ ਸਕਦਾ ਸੀ। ਅਗਰ ਵਰਤੋਂ ਕਰ ਸਕਦੇ ਹੋ ਉਹਦੀ ਲਾਈਫ ਸਾਈਕਲ ਨੂੰ ਐਕਸਟੈਂਡ ਕਰੋ, ਯੂਜ਼ ਇਟ ਟੂ ਇਟਸ ਫੁੱਲ ਲਾਈਫ ਸਾਈਕਲ। ਨੰਬਰ 2, ਤੁਸੀਂ ਸੈਂਸਿਬਲੀ ਸ਼ੋਪਿੰਗ ਕਰਨ ਜਾਂਦੇ ਹੋ, ਤੁਸੀਂ ਸ਼ੋਪਿੰਗ ਕਰਦੇ ਹੋ, ਤੁਹਾਨੂੰ ਚਾਹੀਦੇ ਨੇ 2 ਚਿਕਨ, 2 ਚਿਕਨ ਦਾ ਪਾ ਲੱਗਿਆ 4 ਪਾਉਂਡ, ਨਾਲ ਪਿਆ ਹੈ 3 ਚਿਕਨ ਦਾ ਪਾ 5 ਪਾਉਂਡ, ਤੁਹਾਨੂੰ 3 ਦੀ ਲੋੜ ਨਹੀਂ ਹੈਗੀ, ਤੁਹਾਡੇ ਘਰ ਤੁਹਾਨੂੰ 2 ਹੀ ਚਾਹੀਦੇ ਹਫਤੇ ਦੇ, ਪਰ ਫਿਰ ਵੀ ਅਸੀਂ ਦੀ ਲਾਲਚ ਕਰਕੇ ਜੀ 3 ਲਵਾਂਗੇ ਤਾਂ 170 ਦਾ ਪਏਗਾ, 2 ਲਵਾਂਗੇ ਤਾਂ 2 ਪਾਉਂਡ ਦਾ ਪੈ ਰਿਹਾ, ਚਲੋ 3 ਲੈ ਚਲਦੇ ਹਾਂ। ਘਰ ਜਾ ਕੇ ਇਸ ਦਿਨ ਨੂੰ ਖਾਣਾ ਨਹੀਂ, ਯੂਜ਼ ਤੇ ਅਸੀਂ 2 ਕਰਨਾ, ਤੀਜਾ ਚਿਕਨ ਫਿਰ ਡਸਟਬਿਨ ਚਲਾ ਜਾਏਗਾ ਕਿਉਂਕਿ ਐਕਸਪਾਇਰੀ ਡੇਟ ਆ ਜਾਏਗੀ। ਮੈਂ ਕਿਤਾਬ ਵਿੱਚ ਮੈਂ ਇਹ ਵੀ ਲਿਖਿਆ ਕਿ ਸੁਪਰਮਾਰਕੀਟ ਦੀ ਡਿਊਟੀ ਬਣਦੀ ਹੈ ਕਿ ਕਸਟਮਰ ਨੂੰ ਅਨਨੈਸੈਸਰੀ ਲਾਲਚ ਨਾ ਪਾਇਆ ਜਾਏ, ਕਿਉਂਕਿ ਕਸਟਮਰ ਲਾਲਚ ਜਾ ਕੇ ਜ਼ਿਆਦਾ ਬਾਈ ਕਰ ਦਿੰਦਾ, ਐਕਸਪਾਇਰੀ ਡੇਟ ਵਿੱਚ ਯੂਜ਼ ਨਹੀਂ ਕਰ ਪਾਉਂਦਾ, ਉਹਨੂੰ ਸੁੱਟ ਦਿੰਦਾ, ਅਸੀਂ ਵੇਸਟ ਕ੍ਰੀਏਟ ਕਰਦੇ ਹਾਂ। ਜਿਹੜੇ ਹੁਣ ਬੈਗ ਹੈਗੇ ਕੈਰੀਅਰ ਬੈਗਸ ਵਗੈਰਾ ਮੈਜੋਰਿਟੀ ਜਿਹੜੇ ਨਿਕਲਦੇ ਨੇ ਬਾਹਰ ਸੁਪਰਮਾਰਕੀਟ ਤੋਂ ਨਿਕਲਦੇ ਨੇ, ਇਹ ਚੇਂਜ ਕਿਉਂ ਨਹੀਂ ਕਰਦੇ ਇਹਨਾਂ ਨੂੰ? ਵਾਈ ਦੇ ਸਟਿਲ ਸਟਿਕਿੰਗ ਔਨ ਟੂ ਦ ਪਲਾਸਟਿਕ ਬੈਗਸ? that is the good start. It's a very big start. ਤੁਸੀਂ ਦੇਖੋ ਹੁਣ ਮੈਂ ਦੇਖਦਾ ਕਈ ਵਾਰੀ ਸ਼ੋਪਿੰਗ ਜਾਣਾ, ਕਈ ਪਰਿਵਾਰ ਵਾਲੇ ਲੇਡੀਜ਼ ਹਸਬੈਂਡ ਮੈਂ ਦੇਖਦਾ ਕਾਰੂ ਬੈਗ ਲਿਆਣਗੇ, ਕੋਈ ਕੋਟਨ ਦਾ, ਕੋਈ ਜਾਂ ਪੁਰਾਣਾ ਹੀ ਕੋਈ ਪਲਾਸਟਿਕ ਦਾ ਬੈਗ ਲਿਆਣਗੇ, ਉਹਨੂੰ ਵਾਪਸ ਯੂਜ਼ ਕਰਨਗੇ, ਕਿਉਂਕਿ ਯੂ ਆਰ ਐਕਸਟੈਂਡਿੰਗ ਦ ਲਾਈਫ ਸਾਈਕਲ। ਬੇਸਿਕਲੀ ਜਿੰਨਾ ਵੇਸਟ ਤੁਸੀਂ ਕੱਟ ਕਰੋਗੇ ਉਹਨਾਂ ਤੁਸੀਂ ਦੁਨੀਆ ਵਿੱਚ, ਕਿਉਂਕਿ ਵੇਸਟ ਜਿਹੜਾ ਨਾ ਵਿਚ ਇਟ ਗੋਜ਼ ਇਨ ਦ ਗਰਾਊਂਡ ਵਿੱਚ ਜਿੱਥੇ ਜਾਂਦਾ ਉਹਨੂੰ ਅਸੀਂ ਲੈਂਡਫਿਲ ਕਹਿੰਦੇ ਹਾਂ। ਪੁਰਾਣੇ ਜ਼ਮਾਨੇ ਵਿੱਚ ਲੈਂਡਫਿਲ ਜਿਹੜਾ ਹੁੰਦਾ ਸੀ ਨਾ, ਉਹਦੀ ਸੀਲ ਨਹੀਂ ਸੀ ਹੁੰਦੇ, ਉਹ ਬਸ ਖੁੱਲ੍ਹੇ ਖੱਡੇ ਕਿਤੇ ਉਸੇ ਵਿੱਚ ਮਾਲ ਪਾਈ ਜਾਓ। ਉਹ ਜਦੋਂ ਤੁਸੀਂ ਸਾਰਾ ਕੂੜਾ ਸ਼ੂਗਰ ਵਾਲਾ ਹਰ ਚੀਜ਼ ਨੂੰ ਮਿਕਸ ਕਰਦੇ ਹੋ, ਉਹਦੇ ਨਾਲ ਟੌਕਸਿਨ ਪੈਦਾ ਹੁੰਦੇ ਸੀ, ਉਹ ਟੌਕਸਿਨ ਜ਼ਮੀਨ ਵਿੱਚ ਜਾ ਕੇ ਕੈਂਸਰ, ਪੰਜਾਬ ਵਿੱਚ ਨਹੀਂ ਕਹਿੰਦੇ ਹੁਣ ਕੈਂਸਰ ਦੇ ਕਈ ਏਰੀਆ 'ਚ ਵੱਧ ਜਾਏ ਬਿਕੋਜ਼ ਆਫ ਟੌਕਸਿਨਸ। ਟੌਕਸਿਸਿਟੀ ਇਨ ਦ ਗਰਾਊਂਡ ਇਜ਼ ਅਫੈਕਟਿੰਗ ਯੋਰ ਐਗਰੀਕਲਚਰ ਪ੍ਰੋਡਿਊਸ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਜੀ ਯੂਜ਼ ਉਹਦੀ ਵਧੋ, ਜਿੰਨੀ ਜ਼ਿਆਦਾ ਕਰ ਸਕੋ ਯੂਜ਼ ਕਰੋ, ਜਿੰਨਾ ਘੱਟ ਬਾਈ ਕਰੋ, ਲੋੜ ਅਨੁਸਾਰ ਬਾਈ ਕਰੋ, ਵੇਸਟ ਨਾ ਹੋਏ। ਔਰ ਸਭ ਤੋਂ ਵੱਡੀ ਗੱਲ ਜੋ ਵੀਰ ਜੀ ਨੇ ਕਹੀ ਕਿ ਤੁਸੀਂ ਪਲਾਸਟਿਕ ਦੀ ਥੈਲੀਆਂ ਨੂੰ ਅਗਰ ਇਸਤੇਮਾਲ ਕਰਦੇ ਹੋ, ਉਹਨੂੰ ਵਾਪਸ ਯੂਜ਼ ਕਰਨ ਦੀ ਕੋਸ਼ਿਸ਼ ਕਰੋ। ਅਗਰ ਅਵੋਇਡ ਕਰ ਸਕਦੇ ਹੋ ਤਾਂ ਇਹਦਾ ਵਰਗਾ ਕੋਈ ਬਿਗੇਸਟ ਬੈਨੀਫਿਟ ਇਜ਼ ਡੋਂਟ ਯੂਜ਼ ਇਟ। ਕਾਰੋਂ ਤੁਸੀਂ ਕੱਪੜੇ ਦਾ ਬੈਗ ਲਿਆ, ਉਹਦੀ ਸ਼ੋਪਿੰਗ ਕਰ ਲਓ। ਮਤਲਬ ਛੋਟੀ, ਮੈਂ ਕਿਹਾ ਛੋਟੀ ਤੋਂ ਛੋਟਾ ਪਾਰਟ ਤੁਸੀਂ ਪਲੇ ਕਰਦੇ ਹੋ, ਤੁਸੀਂ ਇਹਨੂੰ ਪਲੀਜ਼ ਐਪਰੀਸ਼ੀਏਟ ਕਰੋ। 35 ਸੌਫਟ ਡਰਿੰਕ ਦੀ ਬੋਟਲ ਨਾਲ ਇੱਕ ਸ਼ਰਟ ਬਣਦੀ ਹੈ। ਅੱਜ ਕੱਲ੍ਹ ਪੋਲੀਐਸਟਰ ਯਾਨ ਟੂ ਸ਼ਰਟਾਂ ਬਣ ਜਾਂਦੇ। 35 ਬੋਟਲਾਂ ਇਕੱਠੀਆਂ ਕਰੋ ਨਾ ਤੇ ਇੱਕ ਜਰਜ਼ੀ ਬਣ ਜਾਂਦੀ ਹੈ। ਇੰਡੀਆ ਦੇ ਕ੍ਰਿਕਟ ਪਲੇਅਰ ਜਿਹੜੀ ਜਰਜ਼ੀ ਪਾਉਂਦੇ ਨੇ ਉਹ ਪੋਲੀਐਸਟਰ ਯਾਨ ਟੂ ਬਣਦੀ ਹੈ। ਉਹ ਕਹਿੰਦੇ 35 ਬੋਟਲਾਂ ਨਾਲ ਉਹਨਾਂ ਦੀ ਇੱਕ ਜਰਜ਼ੀ ਬਣਦੀ ਹੈ। ਤਾਂ ਤੁਸੀਂ ਦੇਖੋ ਅਗਰ 35 ਬੋਟਲਾਂ ਤੁਸੀਂ ਬਚਾ ਦਿੱਤੀ ਅਤੇ ਤੁਹਾਡੇ ਬੱਚੇ ਤੁਸੀਂ ਬਾਜ਼ਾਰ ਤੋਂ ਸ਼ਰਟ ਲਈਏ, ਤੁਸੀਂ ਸਮਝੋ ਤੁਹਾਡੀ 35 ਬੋਟਲਾਂ 'ਚ ਉਹ ਸ਼ਰਟ ਬਣ ਗਈ। ਕਿਆ ਬਾਤ ਹੈ, ਕਿਆ ਬਾਤ। ਸੋ ਯੂ ਹੈਵ ਟੂ ਸਟਾਰਟ ਕਨੈਕਟਿੰਗ ਕਿ ਤੁਸੀਂ ਪਲੀਜ਼ ਆਪਣੇ ਆਪ ਨੂੰ ਇਹ ਨਾ ਸਮਝੋ ਕਿ ਤੁਸੀਂ ਕੋਈ ਗਲਤ ਕੰਮ ਕਰ ਰਹੇ ਹੋ, ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ। ਇਹ ਬਹੁਤ ਵੱਡਾ ਦਾਨ ਪੁੰਨ ਹੈ। ਗੁਰੂ ਸਾਹਿਬ ਵੀ ਸਾਨੂੰ ਕਹੇ ਕਿ ਧਰਤੀ ਨੂੰ ਮਾਤਾ ਸਮਝੋ, तो माँ समझ के जितना असी केयरफुली अपना कंजम्पशन करांगे, वेस्ट कम करांगे और फालतू चीज़ां बिजली नूं अननेसरी ना जलाओ, पानी अननेसरी ना वेस्ट करो। ये सारा रोल गड्डी अननेसरी ना चलाई जाए। जिथे ट्रेन में जा सकते हो ट्रेन में जाओ, जिथे 2 बंदे मिल के गड्डी में जा सकते हो 2 बंदे मिल के जाओ। जिन्ना पर माइल यूनिट कार्बन रिडक्शन करांगे असी, 2 बंदे इकट्ठे जाएंगे तो पर माइल यूनिट कार्बन रिडक्शन विल बी लेस। जिस अमेरिका में कारपूल लेन है, इतने भी कारपूल कॉन्सैप्ट करो। सो ऑल दिस थिंग्स ते मैं तो सिर्फ कही सकता वीर जी। बिल्कुल भाजी बिल्कुल। रजीत सिंह मैंने पता नहीं कि तुसीं सुनिया ना, जंजीबार दे विच कोई गोरा तो गया सीगा ते उन्हें ना बोतलां इकट्ठियां करके एक छोटा जिहा कैफे बनाया उन्हें, बोतलां ते फ्लोट करके। हाँ जी है आई डोंट नो व्हेदर यू हर्ड दैट। ते वो कैफे बिकॉज उन्हें जिद्दां बनाया ना पॉपुलर हो गया ना, उन्हें ਉਹਦੇ ਨਾਲ ਹੁਣ ਰੈਸਟੋਰੈਂਟ ਖੋਲ੍ਹਤਾ ਤੇ ਰੂਮਸ ਬਣਾ ਦਿੱਤੇ ਨੇ। ਕਈ ਲੱਖ ਬੋਤਲਾਂ ਇਕੱਠੀਆਂ ਕਰਕੇ ਉਹਨੇ ਉਹ ਜਿਹੜਾ ਜਗ੍ਹਾ ਹੈਗੀ ਨਾ ਵੁਡਨ ਦਾ ਬਣਾ ਕੇ ਉਹਦੇ ਉੱਪਰ ਖੜਾ ਕੀਤਾ ਹੋਇਆ। ਨਾ ਆਈ ਥਿੰਕ ਦੈਟਸ ਅ ਵੰਡਰਫੁਲ ਥਿੰਗ ਕਿ ਐਟਲੀਸਟ ਜਿਹੜਾ ਪਲਾਸਟਿਕ ਜਗ੍ਹਾ 'ਤੇ ਹੈਗਾ ਕਿਤੇ ਸਮੁੰਦਰ 'ਚ ਸਿੱਟਿਆ ਨਹੀਂ ਹੋਇਆ ਜਾਂ ਜ਼ਮੀਨ 'ਤੇ ਨਹੀਂ ਸਿੱਟਿਆ ਹੋਇਆ। ਬਿਕੋਜ਼ ਜਿਹੜੀ ਪਲਾਸਟਿਕ ਆ ਉਹ ਤਾਂ ਗਲਦੀ ਨਹੀਂ, ਘੁਲਦੀ ਨਹੀਂ ਹੈ ਜ਼ਮੀਨ ਦੇ ਵਿੱਚ। ਨਹੀਂ ਜੀ, ਤੁਸੀਂ ਸਮੁੰਦਰ ਦੀ ਗੱਲ ਕੀਤੀ, ਆਮ ਸ਼ੋਰ ਤੁਸੀਂ ਪੜ੍ਹਾਈ ਹੋਣਾ। ਪੈਸੀਫਿਕ ਓਸ਼ਨ ਵਿੱਚ ਇੱਕ ਜਗ੍ਹਾ ਹੈਗੀ ਕਈ ਮਿਲਾਂ ਦੀ, ਇਨ ਰਨਸ ਇਨਟੂ ਸਕੁਅਰ ਮਾਈਲਸ। ਇਟ ਇਜ਼ ਕਾਲਡ ਅ ਪਲਾਸਟਿਕ ਆਈਲੈਂਡ ਇਨ ਦ ਮਿਡਲ ਆਫ ਦ ਸੀ। ਜਿਹੜਾ ਲੋਕਾਂ ਨੇ ਸਮੁੰਦਰ ਵਿੱਚ
ये प्लास्टिक सुट के वो एक जगह इकट्ठा हो गया, वो कई मिलों में इकट्ठा होया ਮਿਲਾਂ ਪਿਆ। 'ਚ ਹੋ ਗਿਆ। ਉਹਨੂੰ ਯੂਜ਼ ਕਰਨਾ ਦੀ ਪ੍ਰੋਬਲਮ ਹੋ ਰਹੀ ਹੈ। ਮਾਫੀ ਚਾਹਾਂਗਾ, ਇੰਨਾ ਇੰਟਰਸਟਿੰਗ ਸੀਗਾ, ਦਿਲ ਨਹੀਂ ਕਰਦਾ ਮੈਂ ਤਾਂ 1 ਘੰਟਾ 2 ਘੰਟੇ ਹੋਰ ਗੱਲਾਂ ਕਰ ਸਕਦੇ ਹਾਂ, ਬਿਕੋਜ਼ ਦਿਸ ਇਜ਼ ਸਮਥਿੰਗ ਇਹਨੂੰ ਅਸੀਂ ਕੋਸ਼ਿਸ਼ ਕਰਾਂਗੇ, ਸ਼ੋ ਹੋਰ ਕਰਾਂਗੇ, ਅਵੇਅਰਨੈਸ ਲੈ ਕੇ ਆਵਾਂਗੇ, ਬੜੀ ਲੋੜ ਹੈ ਇਹਦੀ। ਅਦਰਵਾਈਜ਼ ਅਸੀਂ ਸਾਰੀ ਦੁਨੀਆ ਨੂੰ ਵੀ ਆਰ ਇਨ ਦ ਕ੍ਰਾਈਸਿਸ ਐਟ ਦ ਮੋਮੈਂਟ, ਬੜਾ ਡਿਸਟਰੋਏ ਕਰ ਰਹੇ ਹਾਂ ਅਰਥ ਨੂੰ, ਇਹਨੂੰ ਬਚਾਉਣਾ ਪਏਗਾ। ਬੜੇ ਤਰੀਕੇ ਨੇ ਕਿੱਦਾਂ ਬਚਾ ਸਕਦੇ ਹੋ, ਕੀ ਕਰ ਸਕਦੇ ਹੋ, ਬੜੇ ਆਈਡੀਆ ਰਣਜੀਤ ਸਿੰਘ ਨੇ ਦਿੱਤੇ ਨੇ। ਤੇ ਤੁਹਾਡਾ ਸ਼ੁਕਰਾਨਾ ਕਰਦੇ ਭਾਜੀ, ਤੁਹਾਡੇ ਆਉਣ ਦਾ ਬਹੁਤ ਮਿਹਰਬਾਨੀ। ਆਈ ਰੀਅਲੀ ਮੈਂ ਉਮੀਦ ਰੱਖਦਾ ਕਿ ਲੋਕੀ ਇਹਦੇ ਕੋਲੋਂ ਬੈਨੀਫਿਟ ਲੈਣਗੇ ਸ਼ੋਅ ਤੋਂ। ਪੱਕਾ ਜੀ, thank you। ਤੇ ਆਪਾਂ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।